ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच। मैं हाँ तरनजीत कौर घुमन हाजिर हाँ जी लैके साडा अपना प्रोग्राम इमीग्रेशन मैटर्स जिहदे विच आपां गलबात करदे हुंदे हां कैनेडियन इमीग्रेशन संबंधी जो ताज़ा अपडेशन आई आ उहदे उत्ते। सो तुहाडा कोई सवाल हैगा इस वक्त कैनेडियन इमीग्रेशन नूं लैके वक्-वक् कैटेगरीज़ दे अधीन तुसीं अपना कोई प्रोसैस लगाया होया उहदे बारे विच जानकारी लेना चाहुंदे हो, सानूं अज दे लाइव प्रोग्राम विच तुसीं कॉल कर सकते हो। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਹੁਣ ਤੱਕ ਕੀ ਨਵੀਆਂ ਅਪਡੇਸ਼ਨਸ ਆਈਆਂ ਨੇ ਇਹਨਾਂ ਉੱਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤਰਨਾ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਸਰ? ਬਹੁਤ ਵਧੀਆ ਜੀ। ਕੈਨੇਡੀਅਨ ਇਮੀਗ੍ਰੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਵਕਤ, ਹਾਲਾਂਕਿ ਅਲੱਗ-ਅਲੱਗ ਪ੍ਰੋਵਿੰਸਸ ਦੇ ਵਿੱਚ ਕੇਸਿਸ ਕਾਫੀ ਵੱਧ ਚੁੱਕੇ ਨੇ, ਪਰ ਨਾਲ ਦੇ ਨਾਲ ਫੈਡਰਲ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਨਾਲ ਪ੍ਰੋਵਿੰਸ਼ੀਅਲ ਸਰਕਾਰ ਕੇ ਜਿਹੜੇ ਬਾਕੀ ਮੈਟਰਸ ਨੇ ਉਹਨਾਂ ਨੂੰ ਵੀ ਸੌਰਟ ਆਊਟ ਕੀਤਾ ਜਾਵੇ ਤੇ ਅਦਾਰੇ ਵੀ ਆਪਣਾ ਕੰਮ ਕਰ ਰਹੇ ਨੇ। ਗੱਲ ਕਰੀਏ ਇਮੀਗ੍ਰੇਸ਼ਨ ਦੀ ਤਾਂ ਸਟਾਰਟਿੰਗ ਤੋਂ ਲੈ ਕੇ ਪੈਂਡੈਮਿਕ ਦੀ ਹੁਣ ਤੱਕ ਹਰ ਰੋਜ਼ ਨਵੀਆਂ ਚੇਂਜਸ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਕਈ ਚੀਜ਼ਾਂ ਤਾਂ ਅਜਿਹੀਆਂ ਨੇ ਕਿ ਫਸਟ ਟਾਈਮ ਹੋ ਰਿਹਾ ਵਾ। ਜਿਵੇਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਗੱਲ ਕਰ ਲਈਏ ਕਿ ਇੰਨੀਆਂ ਇਕੱਠੀਆਂ ਐਪਲੀਕੇਸ਼ਨਸ ਫਸਟ ਟਾਈਮ ਪਿਕ ਹੋਣੀਆਂ। ਹੁਣ ਆਪਾਂ ਤਾਜ਼ਾ ਗੱਲ ਕਰੀਏ ਜੋ ਲੇਟੈਸਟ ਇਸ ਮਹੀਨੇ ਇਸ ਹਫਤੇ ਡਰਾ ਆਇਆ 472 ਤੇ ਇਹ ਡਰਾ ਨਿਕਲਿਆ ਤੇ ਕਿੰਨੀਆਂ ਕਿ ਇਸ ਵਾਰੀ ਐਪਲੀਕੇਸ਼ਨਸ ਨੂੰ ਇਨਵਾਈਟ ਕੀਤਾ ਗਿਆ, ਇਨਵੀਟੇਸ਼ਨ ਦਿੱਤਾ ਗਿਆ? 5000 ਲੋਕਾਂ ਨੂੰ ਕੀਤਾ ਗਿਆ ਜੀ। ਪਰ ਜਿਹੜਾ ਸਕੋਰ ਹੈਗਾ ਇਹ ਰੀਜ਼ਨੇਬਲੀ ਇਸੇ ਅਰਾਊਂਡ ਹੀ ਫਿਊਚਰ 'ਚ ਵੀ ਰਹੂਗਾ ਜੀ। ਕਿਉਂਕਿ ਇੱਕ ਤਾਂ ਹੁਣ ਤੱਕ ਜਿਹੜਾ ਇੱਕ ਪੂਲ ਕ੍ਰੀਏਟ ਹੋ ਚੁੱਕਿਆ ਹੈਗਾ, ਜਿਹੜਾ ਇਹ ਐਕਸਪ੍ਰੈਸ ਐਂਟਰੀ ਸਿਸਟਮ ਹੈ ਇਹ ਪਰਸੈਂਟਾਈਲ ਬੇਸਿਸ ਤੇ ਕੰਮ ਕਰਦਾ। ਸੋ ਜਿੰਨੇ ਜ਼ਿਆਦਾ ਨੰਬਰਾਂ ਵਾਲੇ ਲੋਕ ਆ ਜਾਣਗੇ ਉਨਾ ਹੀ ਸਕੋਰ ਹੈ ਜਿਹੜਾ ਉੱਤੇ ਜਾਊਗਾ, ਜੇ ਘੱਟ ਨੰਬਰਾਂ ਵਾਲੇ ਲੋਕ ਹੋਣਗੇ ਤਾਂ ਸਕੋਰ ਥੱਲੇ ਆਊਗਾ। ਹੁਣ ਪਿਛਲੇ ਸਮੇਂ ਦੇ ਵਿੱਚੋਂ ਕੀ ਹੋਇਆ ਕਿ ਉਨੀ ਅਰਜ਼ੀਆਂ ਨੇ ਜਿਹੜੀਆਂ ਉਹ ਨਹੀਂ ਪ੍ਰੋਸੈਸ ਹੋ ਸਕੀਆਂ, ਸੋ ਪੂਲ ਹੈ ਜਿਹੜਾ ਉਹ ਵੱਡਾ ਹੁੰਦਾ ਜਾ ਰਿਹਾ ਹੈਗਾ। ਸੋ ਪੂਲ ਵੱਡਾ ਹੋਣ ਨਾਲ ਜਾਣ ਨਾਲ ਇਹ ਹੈਗਾ ਕਿ ਬੈਸਟ ਆਫ ਬੈਸਟ ਕੈਂਡੀਡੇਟਸ ਨੂੰ ਇਹ ਪਿਕ ਕੀਤਾ ਜਾਂਦਾ ਹੈਗਾ। ਤੇ ਦੂਜਾ, ਜਿੰਨਾ ਚਿਰ ਉਹ ਇੰਟਰਸਟ ਹੈ ਲੋਕਾਂ ਦਾ ਉਹ ਘਟੂਗਾ ਨਹੀਂ ਉਹਨਾਂ ਚਿਰ ਸਕੋਰ ਵੀ ਨਹੀਂ ਘਟੂਗਾ। ਹੁਣ ਜੇ ਕੈਨੇਡਾ ਆਉਣ ਦੀ ਚਾਹਤ ਹੈਗੀ ਆ ਤਾਂ ਵੱਧ ਤੋਂ ਵੱਧ ਲੋਕ ਅਪਲਾਈ ਕਰਨਗੇ, ਉਹਨਾਂ 'ਚੋਂ ਸਕੋਰ ਵੀ ਜ਼ਿਆਦਾ ਹੋਊਗਾ ਤੇ ਨੰਬਰ ਵੀ ਉੱਤੇ ਆਉਂਦੇ ਆਉਣੇ ਹੀ ਆਉਣੇ ਹੈਗੇ ਨੇ। ਵਿੱਚ ਦੀ ਜਿਵੇਂ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਗੱਲ ਕੀਤੀ, ਹਾਂ ਉਹ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਵਰਤੀ ਗਈ ਗੱਲ ਸੀ ਕਿ ਜੇ ਬਾਹਰੋਂ ਲੋਕ ਨਹੀਂ ਆ ਸਕਦੇ ਤਾਂ ਜਿਹੜੇ ਇੱਥੇ ਵਾਲੇ ਲੋਕ ਜਿਹੜੇ ਆਲਰੇਡੀ ਇੱਥੇ ਐਗਜ਼ਿਸਟ ਕਰਦੇ ਨੇ ਉਹਨਾਂ ਨੂੰ ਇਹ ਕਰ ਲਿਆ ਜਾਵੇ। ਪਰ ਉਹ ਟੈਕਨੀਕਲੀ ਐਕਸਪੈਰੀਮੈਂਟ ਕਾਮਯਾਬ ਨਹੀਂ ਹੋਇਆ। ਕਿਉਂ ਨਹੀਂ ਕਾਮਯਾਬ ਹੋਇਆ ਤਰਨ? ਕਿ ਜਦੋਂ ਆਪਾਂ ਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਆ ਜਾਂਦਾ ਹੈਗਾ, ਇਨਵੀਟੇਸ਼ਨ ਆ ਗਿਆ, ਆਪਾਂ ਐਕਸਪ੍ਰੈਸ਼ਨ ਆਫ ਇੰਟਰਸਟ ਤੋਂ ਬਾਅਦ ਇਨਵੀਟੇਸ਼ਨ ਆਇਆ, ਇਨਵੀਟੇਸ਼ਨ ਤੋਂ ਬਾਅਦ ਆਪਣੇ ਕੋਲ 60 ਦਿਨ ਨੇ ਅਪਲਾਈ ਕਰਨ ਨੂੰ। ਆਪਾਂ ਅਪਲਾਈ ਕਰਿਆ, ਅਪਲਾਈ ਕਰਕੇ ਉਹਨੂੰ ਪ੍ਰੋਸੈਸ ਕਰਨ ਨੂੰ ਵੀ ਤਾਂ ਕੋਈ ਚਾਹੀਦਾ ਨਾ। ਪ੍ਰੋਸੈਸ ਕਰਕੇ ਫਿਰ ਉਹਦਾ ਇੱਕ ਸਰਟਨ ਪ੍ਰੋਸੈਸ ਉਹਦੇ ਵਿੱਚੋਂ ਦੀ ਗੁਜ਼ਰਨਾ ਤੇ ਉਹਨੂੰ ਕਰੀਬਨ 8-10 ਮਹੀਨੇ ਤਾਂ ਘੱਟੋ ਘੱਟ ਲੱਗਣੇ ਹੀ ਲੱਗਣੇ ਨੇ। ਸੋ ਉਹ ਜੇ ਉਹਨਾਂ ਨੂੰ ਇਨਵਾਈਟ ਦੇ ਵੀ ਦਿੱਤਾ ਉਹਨੂੰ ਨਾਲ ਦੀ ਨਾਲ ਤਾਂ ਉਹਨਾਂ ਦਾ ਲੈਂਡਿੰਗ ਨਹੀਂ ਹੋਇਆ। ਸੋ ਇਸ ਕਰਕੇ ਉਹ ਉਸ ਐਕਸਪੈਰੀਮੈਂਟ ਨੂੰ ਦੁਬਾਰੇ ਰਿਪੀਟ ਹੈ ਜਿਹੜਾ ਨਹੀਂ ਕੀਤਾ ਗਿਆ। ਕਿਉਂਕਿ ਜੇ ਜਾਂ ਤਾਂ ਇਹ ਹੋਵੇ ਕਿ ਮੈਂ ਅੱਜ ਮੈਨੂੰ ਇਨਵੀਟੇਸ਼ਨ ਆਇਆ ਤੇ ਆਉਣ ਵਾਲੇ 2 ਮਹੀਨਿਆਂ 'ਚ ਮੈਨੂੰ ਲੈਂਡਿੰਗ ਹੋ ਜੇ, ਫਿਰ ਤਾਂ ਗੱਲ ਕੋਈ ਸਮਝ ਆਉਂਦੀ ਹੈ, ਫਿਰ ਤਾਂ ਐਕਸਪੈਰੀਮੈਂਟ ਕਾਮਯਾਬ ਹੋ ਸਕਦਾ ਹੈ। ਪਰ ਜੇ ਉਹਨੂੰ ਓਵਰ ਦਾ ਟਾਈਮ ਦੇਖੀਏ ਤਾਂ ਫਿਰ ਉਹ ਜੇ ਉਹ ਲਾਈਨ 'ਚ ਲੱਗੇ ਹੋਏ ਨੇ ਲੋਕ, ਫਿਰ ਹੁਣ ਦੂਜੀ ਸਿਚੁਏਸ਼ਨ ਇਹ ਆ ਗਈ ਕਿ ਜਿਹੜਾ ਵੈਕਸੀਨੇਸ਼ਨ ਹੋਣ ਦੀਆਂ ਖਬਰਾਂ ਨੇ, ਵੈਕਸੀਨ ਡਿਵੈਲਪ ਹੋਣ ਦੀਆਂ ਖਬਰਾਂ ਨੇ, ਉਹਦੇ ਕਰਕੇ ਵੀ ਇਹ ਲੱਗਣ ਲੱਗ ਗਿਆ ਕਿ ਹਾਂ ਜਿਹੜਾ ਜਿਵੇਂ ਪਹਿਲਾਂ ਸਿਸਟਮ ਸੀ ਸ਼ਾਇਦ ਉਸੇ ਤਰੀਕੇ ਨਾਲ ਵਾਪਸ ਆਉਣ ਦੀ ਜਿਹੜੀ ਉਸ ਰਸਤੇ ਵੱਲ ਨੂੰ ਗੱਲ ਚੱਲ ਪਈ ਹੈ। ਸਰ ਜਿਵੇਂ ਹੁਣ ਇਸ ਵਕਤ ਅਸੀਂ ਦੇਖ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਵੀ ਹੁਣ ਜਿਹੜੇ ਕੈਨੇਡੀਅਨ ਵੀਜ਼ਾ ਐਪਲੀਕੇਸ਼ਨ ਸੈਂਟਰ ਸੀ ਇੰਡੀਆ ਦੇ ਵਿੱਚ ਉਹ ਵੀ ਹੁਣ ਓਪਨ ਹੋਣ ਲੱਗੇ ਨੇ। ਇੰਡੀਆ ਦੇ ਵਿੱਚ ਆਲਮੋਸਟ 25 ਚੜ ਚੁੱਕੀ ਹੈ, ਸੋ ਅੱਜ ਤੋਂ ਸ਼ੁਰੂਆਤ ਹੋ ਜਾਣੀ ਆ। ਸੋ ਕੀ ਇਸ ਚੀਜ਼ ਵੱਲ ਇਹ ਇੰਡੀਕੇਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਆਪਣੇ ਡੋਰਸ ਵੀ ਓਪਨ ਕਰ ਰਿਹਾ ਹੈ? ਹਾਂ ਬਿਲਕੁਲ ਤਰਨ, ਇੱਕ ਐਗਜ਼ੈਂਪਸ਼ਨ ਹੋਰ ਵੀ ਦਿੱਤੀ ਗਈ ਹੈ ਪਿਛਲੇ ਸਮੇਂ 'ਚ, ਉਹ ਦਿੱਤੀ ਗਈ ਹੈ। ਇਹਦੇ ਬਾਰੇ ਗੱਲ ਕਰਾਂਗੇ ਸਰ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਜਲੰਧਰ ਤੋਂ ਬੋਲ ਰਹੇ ਹਾਂ ਜੀ। ਕੀ ਸਵਾਲ ਹੈ ਜੀ? ਅਸੀਂ ਕੁਝ ਸੀਗਾ ਕਿ ਮੇਰੇ ਬ੍ਰਦਰ ਤੋਂ ਤੇ ਉਹਦੀ ਫੈਮਿਲੀ ਤੋਂ ਵਿਜ਼ਟਰ ਵੀਜ਼ਾ ਆਲਰੇਡੀ ਹੈਗਾ ਆ ਤੇ ਉਹ ਇੰਡੀਆ ਤੋਂ ਆ ਸਕਦੇ ਇਸ ਟਾਈਮ ਕਿ ਨਹੀਂ? ਉਹਨਾਂ ਦਾ ਇਮੀਡੀਏਟ ਫੈਮਿਲੀ ਮੈਂਬਰ ਕੋਈ ਕੈਨੇਡਾ ਦੇ ਵਿੱਚ ਹੈਗਾ ਜੀ? ਤੁਹਾਡੀ ਕੀ ਰਿਸ਼ਤੇਦਾਰੀ ਦੱਸੀ ਹੈ ਤੁਸੀਂ? ਮੇਰਾ ਬ੍ਰਦਰ ਹੈ ਜੀ। ਤੁਹਾਡਾ ਬ੍ਰਦਰ ਹੈ। ਤੁਹਾਡਾ ਕੀ ਸਟੇਟਸ ਹੈਗਾ ਜੀ ਕੈਨੇਡਾ ਦੇ ਵਿੱਚੋਂ? PR। ਹਾਂਜੀ ਬਿਲਕੁਲ ਆ ਸਕਦੇ ਆ ਜੀ।
ਸੋ ਟੈਕਨੀਕਲੀ ਫੈਮਿਲੀ ਤਾਂ ਨਹੀਂ ਆ ਸਕਦੀ। ਹਾਂਜੀ ਟੀਵੀ ਸਕਰੀਨ ਤੇ ਜੀ, ਜ਼ਰੂਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਰ। ਤਰਨ ਇਹ ਐਗਜ਼ੈਂਪਸ਼ਨ ਦਿੱਤੀ ਗਈ ਸੀ ਜਿਹੜੇ ਸਿਬਲਿੰਗਸ ਹੈਗੇ ਨੇ, ਓਕੇ ਸੋ ਇਹ ਉਹਨਾਂ ਦੇ ਭੈਣ ਭਾਈ ਹੈਗੇ ਨੇ, ਤੇ ਉਹ ਚਾਹੇ ਤੁਸੀਂ ਬਲੱਡ ਰਿਲੇਟਿਵ ਹੈਗੇ ਹੋ, ਬ੍ਰਦਰ ਸਿਸਟਰ, ਚਾਹੇ ਤੁਸੀਂ ਸਟੈਪ ਓਕੇ ਹੈਗੇ ਹੋ, ਤਾਂ ਵੀ ਤੁਸੀਂ ਜਿਹੜਾ ਆ ਸਕਦੇ ਆ। ਪਰ ਉਹ 'ਚ ਫੈਮਿਲੀ ਨਹੀਂ ਹੈਗਾ, ਉਹ 'ਚ ਇਹਨਾਂ ਦਾ ਬ੍ਰਦਰ ਹੀ ਆ ਸਕਦਾ ਹੈਗਾ। ਸੋ ਬ੍ਰਦਰ ਆਉਣ ਲਈ ਰੀਜ਼ਨ ਚਾਹੀਦਾ। ਸੋ ਉਹ ਨੌਨ ਪੁੱਛਣ ਹੀ ਲੱਗੀ ਸੀ ਤੁਹਾਨੂੰ ਕਿ ਕੋਈ ਰੀਜ਼ਨ ਚਾਹੀਦਾ ਆ ਕੋਈ ਕਿ ਵਿਜ਼ਿਟ ਕਰਨ ਦੇ ਲਈ, ਜਾਂ ਤੁਸੀਂ ਵੈਸੇ ਵੀ ਆ ਹੀ ਸਕਦੇ? ਨਹੀਂ ਜੀ, ਉਹ ਨਾਨ ਡਿਸਕ੍ਰਿਸ਼ਨਰੀ ਪਰਪਸ ਨਹੀਂ ਹੋਣੇ ਚਾਹੀਦੇ। ਸੋ ਕੋਈ ਨਾ ਕੋਈ ਰੀਜ਼ਨ ਹੋਣਾ ਜ਼ਰੂਰੀ ਹੈਗਾ। ਸੋ ਜਿਹੜਾ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਇਹ ਹੈਗਾ ਕਿ ਉਹਨਾਂ ਨੇ ਇੱਕ ਐਫੀਡੇਵਿਟ ਕਰਨਾ, ਜਿਹੜਾ ਇੰਡੀਵਿਜੂਅਲ ਇੱਥੇ ਹੈਗਾ ਕੈਨੇਡਾ 'ਚ, ਜੋ ਕਾਲਰ ਸੀ ਆਪਣੇ, ਉਹਨਾਂ ਨੇ ਇੱਕ ਐਫੀਡੇਵਿਟ ਕਰਨਾ ਹੈ, ਤੇ ਉਹਦਾ ਇੱਕ ਉਹ ਦੂਸਰਾ ਹਿੱਸਾ ਉਸ ਐਫੀਡੇਵਿਟ ਦਾ ਆਪਣੇ ਬ੍ਰਦਰ ਨੂੰ ਭੇਜਣਾ ਹੈ, ਉਸਨੇ ਉਹ ਐਫੀਡੇਵਿਟ ਕਰਨਾ ਹੈ। ਉਸ ਤੋਂ ਬਾਅਦ ਉਹ ਕਾਗਜ਼ ਆਉਣ ਤੋਂ ਬਾਅਦ ਕੁਆਰੰਟੀਨ ਪਲਾਨ ਦੇ ਨਾਲ ਇੱਕ ਡੈਫੀਨਿਟ ਰੀਜ਼ਨ ਦੇ ਕੇ ਇਮੀਗ੍ਰੇਸ਼ਨ ਨੂੰ ਅਪਲਾਈ ਕਰਨਾ ਹੈ, ਤੇ ਉਹ ਤੋਂ ਬਾਅਦ ਇਮੀਗ੍ਰੇਸ਼ਨ ਨੇ ਪਰਮਿਸ਼ਨ ਦੇਣੀ ਹੈ। ਉਹ ਪਰਮਿਸ਼ਨ ਤੋਂ ਬਾਅਦ ਹੀ ਇੱਥੇ ਪਹੁੰਚ ਸਕੂਗਾ, ਪਰ ਉਹਨਾਂ ਦੀ ਬਾਕੀ ਫੈਮਿਲੀ ਨਹੀਂ ਆ ਸਕਦੀ। ਸੋ ਸਿਬਲਿੰਗ ਹੋ ਗਏ, ਪੈਰੈਂਟਸ ਹੋ ਗਏ, ਗ੍ਰੈਂਡ ਪੈਰੈਂਟਸ ਹੋ ਗਏ, ਬੱਚੇ ਹੋ ਗਏ ਤੁਹਾਡੇ, ਗਾਰਡੀਅਨ ਹੋ ਗਏ, ਤੇ ਇਸ ਤੋਂ ਇਲਾਵਾ ਇੱਕ ਹੋਰ ਕੈਟਾਗਰੀ ਹੈਗਾ, ਉਹ ਹੈਗਾ ਜਿਹੜਾ ਤੁਹਾਡਾ ਅਦਰ ਐਕਸਟੈਂਡਡ ਫੈਮਿਲੀ ਮੈਂਬਰਸ ਨੇ। ਉਹਨਾਂ ਦੇ ਵਿੱਚੋਂ ਹੋਰ ਵੀ ਕ੍ਰਾਈਟੇਰੀਆ ਸਖਤ ਕੀਤਾ ਗਿਆ। ਉਹ ਕੀਤਾ ਗਿਆ ਕਿ ਤੁਸੀਂ ਪਬਲਿਕ ਹੈਲਥ ਤੋਂ ਵੀ ਪਰਮਿਸ਼ਨ ਲੈਣੀ ਹੈ, ਕੱਲੀ ਇਹ ਨਹੀਂ ਕਿ ਇਮੀਗ੍ਰੇਸ਼ਨ ਤੋਂ ਵੀ ਪਰਮਿਸ਼ਨ ਲੈਣੀ ਹੈ, ਪਬਲਿਕ ਹੈਲਥ ਤੋਂ ਵੀ ਪਰਮਿਸ਼ਨ ਲੈਣੀ ਹੈ। ਹਾਂ, ਬੁਲਾ ਕਿਸੇ ਨੂੰ ਵੀ ਸਕਦੇ ਹੋ, ਪਰ ਉਹਦਾ ਸਪੈਸੀਫਿਕ ਰੀਜ਼ਨ ਹੋਣਾ ਚਾਹੀਦਾ, ਤੇ ਪਬਲਿਕ ਹੈਲਥ ਤੋਂ ਵੀ ਲੈਣੀ ਪਊਗੀ, ਜਿਹੜਾ ਕਿ ਕਾਫੀ ਇੱਕ ਟੀਡੀਅਸ ਪ੍ਰੋਸੀਜਰ ਹੈਗਾ ਜੀ। ਬਿਲਕੁਲ। ਅਸੀਂ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੀ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਇਹਦੇ ਵਿੱਚ ਵੀ ਕੁਝ ਅਸੰਪਸ਼ਨਸ ਦਿੱਤੀਆਂ ਗਈਆਂ ਨੇ। ਹਾਂ ਬਿਲਕੁਲ ਜੀ। ਸੋ ਸਭ ਤੋਂ ਪਹਿਲਾਂ ਤਾਂ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਦੇ ਜਿਹੜੇ ਸਪਾਊਸਸ ਨੇ, ਜੇ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਹੈ, ਹੁਣ ਉਹ ਟਰੈਵਲ ਕਰ ਪਾਉਣਗੇ। ਪਹਿਲਾਂ ਇਹ ਸੀਗਾ ਕਿ ਜੇ ਉਹਨਾਂ ਨੂੰ ਪਰਮਨੈਂਟ ਰੈਜ਼ੀਡੈਂਟ ਵੀਜ਼ਾ 16 ਮਾਰਚ ਤੋਂ ਪਹਿਲਾਂ ਮਿਲਿਆ, ਉਹ ਤਾਂ ਹੀ ਕਰ ਸਕਦੇ ਸੀ, ਜੇ ਬਾਅਦ ਚੋਂ ਵੀਜ਼ਾ ਮਿਲਿਆ ਫਿਰ ਨਹੀਂ ਕਰ ਸਕਦੇ ਸੀ। ਪਰ ਹੁਣ ਐਗਜ਼ੈਂਪਸ਼ਨ ਦੇ ਦਿੱਤੀ ਗਈ ਹੈ। VFS ਸੈਂਟਰ ਖੋਲਣ ਦਾ ਵੀ ਮਤਲਬ ਇਹੀ ਹੈ ਕਿ ਉਹਨਾਂ ਨੂੰ ਜੇ ਵੀਜ਼ਾ ਜਿਹੜੇ ਪਰਮਨੈਂਟ ਵੀਜ਼ਾ ਇਸ਼ੂ ਹੁੰਦੇ ਨੇ, ਤਾਂ ਉਹ ਟਰੈਵਲ ਕਰ ਸਕਦੇ ਨੇ। ਇਹਦੇ ਬਾਰੇ ਗੱਲ ਕਰਾਂਗੇ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਪੁੱਛਣਾ ਸੀ, ਅਸੀਂ ਬ੍ਰੈਂਪਟਨ ਤੋਂ ਬੋਲਦੇ ਹਾਂ ਜੀ। ਅਸੀਂ ਸਾਡਾ ਸਵਾਲ ਸੀ ਕਿ ਅਸੀਂ ਜਿਹੜੇ ਪੈਰੈਂਟਸ ਦੀ ਉਹਨੇ ਐਪਲੀਕੇਸ਼ਨਾਂ ਲਗਾਈਆਂ, ਇਹ ਰਿਜ਼ਲਟ ਕਦੋਂ ਆਊਗਾ? ਪੇਰੈਂਟਸ ਦੀ ਐਪਲੀਕੇਸ਼ਨਸ ਦਾ ਰਿਜ਼ਲਟ ਕਦੋਂ ਆਊਗਾ ਸਰ, ਜਿਹੜੀਆਂ ਹੁਣ ਲੱਗੀਆਂ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਸਰ। ਹਾਂਜੀ, ਐਕਚੁਅਲੀ ਤੁਸੀਂ ਐਪਲੀਕੇਸ਼ਨ ਨਹੀਂ ਹਾਲੇ ਲਾਈ ਹੈਗੀ, ਤੁਸੀਂ ਸਿਰਫ ਐਕਸਪ੍ਰੈਸ਼ਨ ਆਫ ਇੰਟਰਸਟ ਹੈ ਜਿਹੜਾ ਉਹ ਆਪਣਾ ਨਾਂ ਦਾਖਲ ਕੀਤਾ ਕਿ ਮੈਂ ਸੱਦਣਾ ਚਾਹੁੰਦਾ। ਉਸ ਤੋਂ ਬਾਅਦ ਲੋਟਰੀ ਦਾ ਡਰਾਅ ਹੋਣਾ ਹੈ, ਉਹ ਡਰਾਅ ਹੋਣ ਤੋਂ ਬਾਅਦ ਤੁਹਾਨੂੰ ਇਨਵੀਟੇਸ਼ਨ ਭੇਜਿਆ ਜਾਊਗਾ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ 60 ਦਿਨਾਂ ਦਾ ਸਮਾਂ ਹੋਊਗਾ ਅਰਜ਼ੀ ਕਰਨ ਲਈ। ਸੋ ਇਸ ਵੇਲੇ ਅਰਜ਼ੀ ਕੋਈ ਨਹੀਂ ਹੈਗੀ, ਸਿਰਫ ਤੁਸੀਂ ਆਪਦਾ ਲੋਟਰੀ 'ਚ ਨਾਂ ਦਾਖਲ ਕੀਤਾ। ਸੋ ਇਹਦਾ ਜਿਹੜਾ ਪ੍ਰੋਸੈਸ ਹੈਗਾ, ਉਹ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਉਹਨਾਂ ਨੇ ਦੇਖਣਾ ਹੈ ਕਿ ਇਹਦੇ ਵਿੱਚੋਂ ਕਿਸੇ ਨੇ 2 ਵਾਰੀ ਨਾਂ ਅਪਲਾਈ ਕਰਤਾ ਹੋਵੇ। ਸੋ ਜਿੰਨਾ ਚਿਰ ਉਹ ਲਿਸਟ 'ਚ ਪੂਰਾ ਉਹਨੂੰ ਇੰਸਪੈਕਟ ਨਹੀਂ ਕਰ ਲਿਆ ਜਾਂਦਾ, ਉਹਨੂੰ ਸੁਧਾਰ ਨਹੀਂ ਲਿਆ ਜਾਂਦਾ, ਉਸ ਤੋਂ ਬਾਅਦ ਉਹਦਾ ਡਰਾਅ ਹੋਣਾ। ਸੋ ਉਹਦੀ ਆਸ ਹੈ ਕਿ ਮੇਬੀ ਉਹ ਅਰਲੀ ਨੈਕਸਟ ਈਅਰ ਦੇ ਵਿੱਚੋਂ ਕਿਤੇ ਆ ਸਕਦਾ ਹੈਗਾ ਜੀ। ਬਿਲਕੁਲ। ਅਸੀਂ ਗੱਲ ਕਰ ਰਹੇ ਸੀ ਸਰ, ਤੁਸੀਂ ਕਿਹਾ ਕਿ ਸਪਾਊਸਸ ਨੂੰ ਜਿਹੜੀ ਆ ਇਹਦੇ ਵਿੱਚ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਨੇ, ਇਹਦੇ ਲਈ ਅਪਲਾਈ ਕੀਤਾ ਜਾ ਸਕਦਾ ਜਿਨ੍ਹਾਂ ਦਾ ਹੁਣ ਬਾਇਓਮੈਟ੍ਰਿਕਸ ਤੇ ਆ। ਇਸ ਤੋਂ ਇਲਾਵਾ ਵੀ ਕਿਸੇ ਨੂੰ, ਜਿਵੇਂ ਫੈਮਿਲੀ ਮੈਂਬਰਸ ਹੋ ਗਏ ਕੁਝ? ਬਿਲਕੁਲ ਫੈਮਿਲੀ ਮੈਂਬਰਸ ਨੂੰ ਵੀ ਕੀਤਾ ਗਿਆ, ਤੇ ਇਹ ਇਨਵਾਈਟ ਓਨਲੀ ਪ੍ਰੋਸੈਸ ਹੈ ਇਸ ਵੇਲੇ। ਸੋ ਮਤਲਬ ਤੁਹਾਨੂੰ ਸੱਦਾ ਦਿੱਤਾ ਜਾਊਗਾ, ਤੁਸੀਂ ਨਹੀਂ ਅਪਰੋਚ ਕਰ ਸਕਦੇ, ਤੁਹਾਨੂੰ ਸੱਦਾ ਦਿੱਤਾ ਜਾਊਗਾ। ਜਿਨ੍ਹਾਂ ਦੇ ਆਲਰੇਡੀ ਹੁਣ ਜਿਵੇਂ ਬਾਇਓਮੈਟ੍ਰਿਕਸ ਦੀ ਇਨਵੀਟੇਸ਼ਨਸ ਆਏ ਹੋਏ ਸੀ, ਤੇ ਹੁਣ ਉਹਨਾਂ ਨੂੰ ਇੱਕ ਇੱਕ ਕਰਕੇ ਖੁਦ ਉੱਥੋਂ ਦੀ ਮਤਲਬ ਇਨਵੀਟੇਸ਼ਨਸ ਦੀ ਕਾਲਸ ਆਉਣਗੀਆਂ, ਆਫਟਰ ਦੈਟ ਤੁਹਾਡੀ ਅਪਾਇੰਟਮੈਂਟ ਦੇ ਉੱਤੇ ਹੋਏਗਾ? ਬਿਲਕੁਲ ਜੀ। ਸੋ ਤੁਹਾਨੂੰ ਕਾਲ ਆਊਗੀ, ਉਹ ਜਿਹੜਾ ਈਮੇਲ ਐਡਰੈਸ ਦਿੱਤਾ ਉਹਦੇ ਤੇ ਹੋਊਗੀ, ਤੇ ਉਸ ਤੋਂ ਬਾਅਦ ਤੁਸੀਂ ਆਪਦਾ ਜਾ ਕੇ ਜਿਹੜਾ ਤੁਹਾਨੂੰ ਅਪਾਇੰਟਮੈਂਟ ਮਿਲੂਗੀ, ਉਸ ਤੋਂ ਬਾਅਦ ਤੁਸੀਂ ਜਾ ਸਕੋਗੇ। ਜੇ ਤੁਸੀਂ ਪਰਸਨਲੀ ਅਪਰੋਚ ਕਰੋਗੇ ਤਾਂ ਉਹ ਤੁਹਾਨੂੰ ਉਹ ਐਂਟਰਟੇਨ ਨਹੀਂ ਕਰੂਗੇ। ਇਹਦੇ ਵਿੱਚ ਵੀ ਕੀ ਕੋਈ ਪ੍ਰਾਇੋਰਟੀ ਬੇਸ ਹੋਏਗਾ ਕਿ ਪਹਿਲਾਂ ਸਿਟੀਜ਼ਨ ਜਾਂ ਪੀਆਰ ਹੋਲਡਰਸ ਦੇ ਹੀ ਕੇਸ ਪਿਕ ਹੋਣਗੇ? ਬਿਲਕੁਲ ਜੀ। ਸਭ ਤੋਂ ਪਹਿਲਾਂ ਜਿਹੜੇ ਕੇਸਸ ਨੇ ਉਹ ਫੈਮਿਲੀ ਕਲਾਸ ਕੇਸ ਨੇ, ਜਿਹੜੇ ਤੁਸੀਂ ਵਿਆਹ ਦੇ ਕੇਸ ਨੇ, ਪੈਰੈਂਟਸ ਦੇ ਕੇਸ ਨੇ, ਬੱਚਿਆਂ ਦੇ ਕੇਸ ਨੇ, ਸਭ ਤੋਂ ਪਹਿਲਾਂ ਉਹਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਜੀ। ਉਸ ਤੋਂ ਬਾਅਦ ਫਿਰ ਅਗਲੀਆਂ ਕੈਟਾਗਰੀਜ਼ ਨੂੰ ਕਰਨਗੇ, ਕਿਉਂਕਿ ਜਿਹੜੇ ਵਿਆਹ ਵਾਲੇ ਕੇਸ ਨੇ ਉਹ ਬਹੁਤ ਸਾਰਿਆਂ ਨੂੰ ਇਸ ਵੇਲੇ ਵੀਜ਼ਾਸ ਇਸ਼ੂ ਹੋਏ ਸੀ, ਤੇ ਉਹ ਟਾਈਮਲੀ ਮੈਨਰ 'ਚ ਟਰੈਵਲ ਨਹੀਂ ਕਰ ਸਕੇ ਸੀ। ਉਹਨਾਂ ਨੂੰ ਟਰੈਵਲ ਐਗਜ਼ੈਂਪਸ਼ਨ ਹੈਗੀ। ਉਸ ਤੋਂ ਬਾਅਦ ਜੇ ਉਹਨਾਂ ਨੂੰ ਵੀਜ਼ਾ ਇਸ਼ੂ ਹੋ ਰਿਹਾ ਤਾਂ ਫਿਰ ਉਹ ਤੋਂ ਬਾਅਦ ਉਹ ਵੀ ਟਰੈਵਲ ਕਰ ਸਕਣਗੇ। ਤੇ 25 ਤਰੀਕ ਕੱਲ ਨੂੰ ਹੈਗੀ ਜੀ, ਕੱਲ ਨੂੰ ਖੋਲਣੇ ਆ, ਤੇ ਮੈਂ ਕੱਲ ਤੋਂ ਦੇਖ ਰਿਹਾ ਹਾਂ ਕਿ ਬਹੁਤ ਸਾਰੀਆਂ ਈਮੇਲਸ ਨੇ ਜਿਹੜੀਆਂ
VFS ਸੈਂਟਰ ਤੋਂ ਆ ਰਹੀਆਂ ਨੇ, ਜਿੱਥੇ ਕਿਸੇ ਦੀ ਅਪਾਇੰਟਮੈਂਟ ਫਿਕਸ ਕਰੀ ਆ ਜਾਂ ਉਹਦਾ ਡਾਕੂਮੈਂਟ ਹੈ ਕੋਈ ਉਹ ਭੇਜਿਆ ਗਿਆ। ਸੋ ਕੰਮ ਕਰਨਾ ਆਲਰੇਡੀ ਸ਼ੁਰੂ ਕਰਤਾ, ਪਰ ਉਹ ਹੈਗਾ ਬਾਏ ਅਪਾਇੰਟਮੈਂਟ ਓਨਲੀ। ਬਿਲਕੁਲ ਜੀ। ਤੇ ਸਰ ਹੁਣ ਆਪਾਂ ਗੱਲ ਕਰਦੇ ਹਾਂ ਕੇਅਰ ਗਿਵਰ ਪ੍ਰੋਗਰਾਮ ਦੇ ਬਾਰੇ ਵਿੱਚ। ਸਰਕਾਰ ਦੇ ਵੱਲੋਂ ਵੀ ਇਹਦੇ ਉੱਤੇ ਅਪਡੇਸ਼ਨਸ ਆਈ ਸੀ, ਸੋ ਇਹਦੇ ਬਾਰੇ ਆਪਾਂ ਜਾਣਕਾਰੀ ਜ਼ਰੂਰ ਦਈਏ। ਬਿਲਕੁਲ ਤਰਨ, ਜਿਹੜਾ ਆਹ ਸਾਲ ਦਾ ਕੋਟਾ ਹੈਗਾ ਕੇਅਰ ਗਿਵਰ ਦਾ ਉਹ ਪੂਰਾ ਹੋ ਚੁੱਕਿਆ ਜੀ। ਸੋ ਜਿਹੜੇ ਬੱਚਿਆਂ ਦੀ ਟੇਕ ਕੇਅਰ ਕਰਨ ਲਈ ਨੈਨੀ ਪ੍ਰੋਗਰਾਮ ਸੀਗਾ ਉਹਦਾ ਕੋਟਾ ਜਿਹੜਾ ਫੁੱਲਫਿਲ ਹੋ ਗਿਆ। ਇਹ 2750 ਅਰਜ਼ੀਆਂ ਨੇ ਜਿਹੜੀਆਂ ਉਹ ਇੱਕ ਸਾਲ ਦੇ ਵਿੱਚੋਂ ਲੈਣੀਆਂ ਸੀਗੀਆਂ। ਜਿਹੜਾ ਬਜ਼ੁਰਗਾਂ ਦੀ ਟੇਕ ਕੇਅਰ ਵਾਲਾ ਕੋਟਾ ਜੀ ਉਹ ਹਾਲੇ ਫੁੱਲਫਿਲ ਨਹੀਂ ਹੋਈਆਂ, ਉਹ ਸਟਿਲ ਵੀ ਲਈਆਂ ਜਾਣਗੀਆਂ। ਤੇ ਜਿਹੜੀਆਂ ਬੱਚਿਆਂ ਦੀਆਂ ਟੇਕ ਕੇਅਰ ਵਾਲੀਆਂ ਅਰਜ਼ੀਆਂ ਨੇ ਉਹ ਹੁਣ 1 ਜਨਵਰੀ ਤੋਂ ਲਈਆਂ ਜਾਣਗੀਆਂ। ਹਾਂਜੀ, ਕਿਉਂਕਿ ਇਹ ਪ੍ਰੋਗਰਾਮ ਜੂਨ 2019 ਚ ਸ਼ੁਰੂ ਹੋਇਆ ਸੀ ਤੇ ਇਹਨੂੰ ਕੋਟਾ ਬੇਸਡ ਬਣਾ ਦਿੱਤਾ ਗਿਆ ਸੀ। ਪਹਿਲਾਂ ਚ ਕੋਈ ਕੋਟਾ ਨਹੀਂ ਹੁੰਦਾ ਸੀ। ਪਹਿਲਾਂ ਨੈਨੀ ਜਿਹੜਾ ਕੈਟਾਗਰੀ ਸੀ ਇਹਦੇ ਵਿੱਚੋਂ 30,000 ਦੇ ਕਰੀਬਨ ਵੀ ਵਰਕ ਪਰਮਿਟ ਇੱਕ ਸਾਲ ਚ ਇਸ਼ੂ ਕਰ ਦਿੱਤੇ ਜਾਂਦੇ ਸੀਗੇ, ਪਰ ਹੁਣ ਇਹਨੂੰ ਲਿਮਿਟ ਕਰ ਦਿੱਤਾ ਗਿਆ ਤੇ ਪ੍ਰੋਗਰਾਮ ਚ ਕਾਫੀ ਚੇਂਜਸ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਸੋ ਜੂਨ ਤੋਂ ਲੈ ਕੇ 2019 ਤੋਂ ਜੂਨ 2020 ਤੱਕ ਇੱਕ ਸਾਲ ਬਣਦਾ ਸੀਗਾ, ਕਿਉਂਕਿ 1 ਈਅਰ ਸੀਗਾ। ਕਿਉਂਕਿ ਉਸ ਸਮੇਂ ਪੈਂਡੇਮਿਕ ਕਰਕੇ ਉਹ ਅਰਜ਼ੀਆਂ ਪ੍ਰੋਸੈਸ ਨਹੀਂ ਹੋਈਆਂ, ਰਾਦਰ ਕੇ ਫਾਈਲ ਨੰਬਰ ਤੱਕ ਵੀ ਨਹੀਂ ਆਏ। ਆਪਾਂ ਕਈ ਵਾਰੀ ਇੱਥੇ ਕਾਲਰਸ ਨੇ ਕਾਲ ਵੀ ਕੀਤਾ ਕਿ ਉਹ ਅਰਜ਼ੀ ਕੀਤੀ ਹੋਈ ਹੈ ਜੀ, ਹਾਲੇ ਤੱਕ ਉਹਦਾ ਫਾਈਲ ਨੰਬਰ ਵੀ ਨਹੀਂ ਆਇਆ। ਉਹ ਸਿਚੁਏਸ਼ਨ ਕਰਕੇ ਅਰਜ਼ੀਆਂ ਹੋ ਗਈਆਂ ਤੇ ਉਹਨਾਂ ਨੂੰ ਗਿਣਤੀ ਕਰਨ ਦਾ ਟਾਈਮ ਉਹਨਾਂ ਕੋਲੇ ਨਹੀਂ ਸੀਗਾ। ਉਹਦੇ ਜਦੋਂ ਹੁਣ ਉਹਨਾਂ ਨੇ ਗਿਣਤੀ ਕੀਤੀ ਤਾਂ ਉਹ ਅਰਜ਼ੀਆਂ ਜਿਹੜੀਆਂ ਉਹ ਜ਼ਿਆਦਾ ਆ ਗਈਆਂ, ਤਾਂ ਉਸ ਕਰਕੇ ਉਹਨਾਂ ਨੇ ਹੁਣ ਇਹਨੂੰ ਕੈਲੰਡਰ ਈਅਰ ਦੇ ਨਾਲ ਜੋੜਤਾ। ਮਤਲਬ 1 ਜਨਵਰੀ ਤੋਂ 31 ਦਸੰਬਰ ਨੂੰ 1 ਸਾਲ ਬਣਾਤਾ, ਰਾਦਰ ਕੇ ਜੂਨ ਟੂ ਜੂਨ ਨੂੰ 1 ਸਾਲ ਬਣਾਉਣ ਦੀ ਬਜਾਏ 1 ਜਨਵਰੀ ਤੋਂ ਦਸੰਬਰ ਤੱਕ ਬਣਾਤਾ। ਤੇ ਜਿਹੜਾ ਪਿਛਲੀ ਵਾਰੀ ਇਹਦੇ ਤੇ ਕੋਟਾ ਪੂਰਾ ਨਾ ਹੋਣ ਦੇ ਕਈ ਕਾਰਨ ਸੀਗੇ। ਇੱਕ ਤਾਂ ਕਿਉਂਕਿ ਨਵਾਂ ਪ੍ਰੋਗਰਾਮ ਸੀ ਤੇ ਲੋਕਾਂ ਨੂੰ ਕੁਆਲੀਫਾਈਂਗ ਕ੍ਰਾਈਟੇਰੀਆ ਐਸਟੈਬਲਿਸ਼ ਨਹੀਂ ਹੋਇਆ ਸੀ। ਦੂਜਾ ਇੰਪਲੋਇਰ ਸੀ, ਉਹਨਾਂ ਦੀ ਕਈ ਇਨਕਮ ਵੀ ਘੱਟ ਹੋ ਸਕਦੀ ਸੀ, ਪਰ ਹੁਣ ਆ ਜਿਹੜਾ ਸਾਲ ਹੈ ਉਹ 'ਚ ਉਹਨਾਂ ਨੇ ਇਨਕਮ ਵੀ ਬਣਾ ਲਈ ਹੈ। ਸੋ ਅਰਜ਼ੀਆਂ ਨੇ ਜਿਹੜੀਆਂ ਹੁਣ ਆਉਣ ਵਾਲੇ ਸਮੇਂ 'ਚ ਦੇਖਿਆ ਕਿੱਥੇ 30,000 ਨੂੰ ਆਪਾਂ ਕੰਪੇਅਰ ਕਰੀਏ 5,000 ਨਾਲ ਤਾਂ ਬਹੁਤ ਘੱਟ ਨੰਬਰ ਹੈਗਾ। ਪਰ ਇਹਦੇ ਨਾਲ ਨਾਲ ਤਰਨ ਇਹ ਵੀ ਹੈ ਕਿ ਕ੍ਰਾਈਟੇਰੀਆ ਵੀ ਬਹੁਤ ਚੇਂਜ ਹੋ ਚੁੱਕਿਆ, ਕਈ ਲੋਕ ਕੁਆਲੀਫਾਈ ਨਹੀਂ ਹੁਣ ਕਰਦੇ ਹੈਗੇ। ਪਹਿਲਾਂ ਗ੍ਰੇਡ 12 ਜੇ ਤੁਸੀਂ ਸਿਰਫ ਕੀਤੀ ਹੁੰਦੀ ਸੀ ਤੁਸੀਂ ਤਾਂ ਵੀ ਜਿਹੜਾ ਕੇਅਰ ਗਿਵਰ ਪ੍ਰੋਗਰਾਮ ਸੀ ਉਹ 'ਚ ਕੁਆਲੀਫਾਈ ਕਰ ਲੈਂਦੇ ਸੀ, ਪਰ ਹੁਣ ਨਹੀਂ ਕਰ ਸਕਦੇ ਜੀ। ਹੁਣ ਤੁਸੀਂ ਗ੍ਰੇਡ 12 ਦੇ ਨਾਲ ਨਾਲ 1 ਸਾਲ ਪੋਸਟ ਸੈਕੰਡਰੀ ਐਜੂਕੇਸ਼ਨ ਵੀ ਹੋਣਾ ਜ਼ਰੂਰੀ ਹੈ। ਸੋ ਚਾਹੇ ਤੁਸੀਂ ਡਿਪਲੋਮਾ ਕੀਤਾ ਕੋਈ, ਚਾਹੇ ਤੁਸੀਂ ਬੈਚਲਰਸ ਕੀਤੀ ਹੈ, ਚਾਹੇ ਤੁਸੀਂ ਮਾਸਟਰਸ ਕੀਤੀ ਹੈ, ਤਾਂ ਹੀ ਕੁਆਲੀਫਾਈ ਕਰੋਗੇ। ਜੇ ਤੁਸੀਂ ਕੱਲਾ ਗ੍ਰੇਡ 12 ਕੀਤੀ ਹੈ ਫਿਰ ਕੁਆਲੀਫਾਈ ਨਹੀਂ ਕਰ ਸਕਦੇ ਜੀ। ਤੇ ਦੂਜਾ ਜਿਹੜਾ 5 ਬੈਂਡ ਤੁਹਾਡੇ ਅੰਗਰੇਜ਼ੀ 'ਚ ਆਉਣੇ ਜ਼ਰੂਰੀ ਨੇ। ਤੇ ਜਿਹੜੇ ਪੋਸਟ ਸੈਕੰਡਰੀ ਐਜੂਕੇਸ਼ਨ ਦਾ ਜਿਹੜਾ ਕ੍ਰਾਈਟੇਰੀਆ ਹੈਗਾ ਇਹ ਹੈਗਾ ਕਿ ਤੁਸੀਂ ਕ੍ਰੈਡੈਂਸ਼ੀਅਲ ਇਵੈਲੂਏਸ਼ਨ ਕਰਾਉਣਾ ਹੈਗਾ। ਸੋ ਜਿਹੜਾ ਡਿਫਰੈਂਟ ਬਾਡੀਜ਼ ਨੇ ਜਿਵੇਂ WES ਹੈਗੀ ਆ, ICAS ਹੈਗੀ ਆ, ਕਿੰਨੀਆਂ ਬਾਡੀਜ਼ ਨੇ ਜਿਹੜੀਆਂ ਸਰਕਾਰ ਨੇ ਡੈਜ਼ਿਗਨੇਟ ਕੀਤੀਆਂ ਨੇ, ਤੁਸੀਂ ਉਹ ਤੋਂ ਇਵੈਲੂਏਸ਼ਨ ਕਰਾਉਣੀ ਆ। ਉਹ ਇਵੈਲੂਏਸ਼ਨ ਜੇ ਦੱਸਦੀ ਹੈ ਕਿ 1 ਸਾਲ ਪੋਸਟ ਸੈਕੰਡਰੀ ਇਕੁਇਵਲੈਂਟ ਹੈਗਾ ਤਾਂ ਹੀ ਤੁਸੀਂ ਕੁਆਲੀਫਾਈ ਕਰ ਸਕਦੇ ਆ ਜੀ। ਤੇ ਦੂਜਾ 5 ਬੈਂਡ ਅੰਗਰੇਜ਼ੀ 'ਚ ਆਉਣੇ ਜ਼ਰੂਰੀ ਨੇ। 1 ਸਾਲ ਦਾ ਜਾਂ ਤਾਂ ਤੁਹਾਡਾ ਕੇਅਰ ਗਿਵਿੰਗ ਦਾ ਐਕਸਪੀਰੀਅੰਸ ਹੈ ਜਾਂ ਤੁਹਾਡਾ 6 ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ ਹੈ। ਸੋ ਦੋਵਾਂ 'ਚੋਂ ਇੱਕ ਜ਼ਰੂਰੀ ਹੈ, ਦੋਵੇਂ ਨਹੀਂ ਕਿ ਸਾਲ ਦਾ ਐਕਸਪੀਰੀਅੰਸ ਵੀ ਹੋਵੇ ਤੇ ਟ੍ਰੇਨਿੰਗ ਹੋਵੇ, ਦੋਵੇਂ ਜ਼ਰੂਰੀ ਨਹੀਂ, ਦੋਵਾਂ 'ਚੋਂ ਇੱਕ ਜ਼ਰੂਰੀ ਹੈਗਾ। ਜੇ ਤੁਸੀਂ ਨਰਸਿੰਗ ਦੀ ਪੜ੍ਹਾਈ ਕੀਤੀ ਹੈ ਕਿਸੇ ਕਿਸਮ ਦੀ ਵੀ ਤੇ ਫਿਰ ਤੁਹਾਨੂੰ ਕਿਸੇ ਵੀ ਹੋਰ ਚੀਜ਼ ਦੀ ਜ਼ਰੂਰਤ ਨਹੀਂ, ਨਾ ਹੀ ਤੁਹਾਨੂੰ ਐਕਸਪੀਰੀਅੰਸ ਦੀ ਜ਼ਰੂਰਤ ਹੈ, ਨਾ ਹੀ ਕੋਈ ਕੇਅਰ ਗਿਵਰ ਦਾ ਟ੍ਰੇਨਿੰਗ ਪ੍ਰੋਗਰਾਮ ਕਰਨ ਦੀ ਜ਼ਰੂਰਤ ਹੈਗੀ ਹੈ, ਤਾਂ ਤੁਸੀਂ ਕੁਆਲੀਫਾਈ ਕਰ ਸਕੋਗੇ ਜੀ। ਇਹ ਤਾਂ ਕ੍ਰਾਈਟੇਰੀਆ ਹੈਗਾ ਜਿਹੜੇ ਲੋਕਾਂ ਨੇ ਆਉਣਾ ਉਹਨਾਂ ਲਈ ਹੈ। ਹੁਣ ਪਹਿਲਾਂ ਜਦੋਂ 12 ਗ੍ਰੇਡ ਤੋਂ ਬਾਅਦ ਵਾਲੇ ਸੀ ਉਹ 'ਚ ਮੈਨੂੰ ਲੱਗਦਾ ਨੰਬਰ ਇੰਨਾ ਜ਼ਿਆਦਾ ਹੋ ਜਾਂਦਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਗ੍ਰੇਡ 12 ਤੋਂ ਬਾਅਦ ਆਪਦੀ ਅਰਜ਼ੀ ਕੀਤੀ ਹੁੰਦੀ ਸੀ। ਹੁਣ ਤੁਸੀਂ ਪੋਸਟ ਸੈਕੰਡਰੀ ਐਜੂਕੇਸ਼ਨ ਵੀ ਹੋਣਾ ਜ਼ਰੂਰੀ ਹੈ। ਤੇ ਜਿਹੜੇ ਇੰਡੀਵਿਜੂਅਲ ਨੇ ਬੁਲਾਉਣਾ ਹੈ, ਜੇ ਤਾਂ ਬੱਚਿਆਂ ਲਈ ਤੁਸੀਂ ਬੁਲਾਉਣਾ ਹੈ ਤਾਂ ਤੁਹਾਡੇ ਬੱਚੇ ਹੋਣੇ ਚਾਹੀਦੇ ਨੇ, ਘੱਟੋ ਘੱਟ ਇੱਕ ਨਿਆਣਾ ਹੋਣਾ ਚਾਹੀਦਾ। ਤੇ ਦੂਜਾ ਤੁਹਾਡੇ ਕੋਲ ਇਨਕਮ ਕ੍ਰਾਈਟੇਰੀਆ ਵੀ ਮੀਟ ਕਰਦੇ ਹੋਣੇ ਚਾਹੀਦੇ ਹੋ। ਸੋ ਹਸਬੈਂਡ ਵਾਈਫ ਤੇ ਇੱਕ ਚਾਈਲਡ ਜੇ ਹੈਗਾ ਤੇ ਫਿਰ ਤੁਹਾਡੀ ਇਨਕਮ 68,000 ਹੋਣੀ ਚਾਹੀਦੀ ਹੈ ਜੀ। ਇਹਨੂੰ ਜਿਹੜਾ ਕੈਲਕੂਲੇਟ ਕਰਨ ਦਾ ਤਰੀਕਾ ਹੈਗਾ ਉਹ ਹੈਗਾ ਕਿ ਲਾਈਕੋ ਲੋ ਇਨਕਮ ਕੱਟ ਆਫ, ਮਤਲਬ ਗਰੀਬੀ ਰੇਖਾ ਜਿੰਨੀ ਇਨਕਮ ਜਮਾ ਜਿੰਨੀ ਨੈਨੀ ਨੂੰ ਤਨਖਾਹ ਦੇਣੀ ਹੈ ਤੁਸੀਂ, ਤਾਂ 30,000 ਹੈ। ਸੋ 38,000 ਪਲੱਸ 30,000 68,000 ਹੋ ਜਾਂਦੇ ਹੈ। ਇਨਕਮ ਦੇ ਬਾਰੇ ਗੱਲ ਕਰਾਂਗੇ, ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੈਪਟਨ ਤੋਂ ਬੋਲ ਰਹੀ ਹਾਂ ਜੀ। ਕੀ ਸਵਾਲ ਹੈ ਤੁਹਾਡਾ?
हाँ जी, मैंने ਪੁੱਛਣਾ ਸੀ ਸਰ ਮੇਰੇ ਪੇਰੈਂਟਸ ਆਏ ਹੋਏ ਨੇ ਉਹਨਾਂ ਦੇ ਨਾ ਵਿਜ਼ਟਰ ਵੀਜ਼ਾ ਐਕਸਟੈਂਸ਼ਨ ਲੱਗੀ ਹੋਈ ਹੈ ਤੇ ਉਹਨਾਂ ਦੇ ਜਿਹੜੇ ਪਾਸਪੋਰਟ ਨੇ ਉਹ ਐਕਸਪਾਇਰ ਹੋ ਰਹੇ ਨੇ ਜਨਵਰੀ ਦੇ ਵਿੱਚ ਪਰ ਅਸੀਂ ਹੁਣ ਰੀਨਿਊ ਵੀ ਕਰਵਾ ਲਏ ਨੇ ਪਾਸਪੋਰਟ ਆ ਗਿਆ ਉਹਨਾਂ ਦੇ ਮੈਨੂੰ ਅੱਗੇ ਸਟੈਪ ਦਾ ਨਹੀਂ ਪਤਾ ਵੀ ਕੋਈ ਵੈਬਸਾਈਟ ਜਾਂ ਕਿਵੇਂ ਹੈਗਾ ਵੀ ਜਿੱਥੇ ਮੈਂ ਜਾ ਕੇ ਉਹ ਅਪਡੇਟ ਵਗੈਰਾ ਕੁਝ ਕਰ ਸਕਾਂ ਜੀ ਆਪਾਂ ਟੀਵੀ ਹਾਂਜੀ ਤੁਸੀਂ ਕੇਸ ਖੁਦ ਅਪਲਾਈ ਕੀਤਾ ਹੈ ਜਾਂ ਤੁਸੀਂ ਕਿਸੇ ਦੀ ਮਦਦ ਲਈ ਹੈਗੀ ਹੈ ਜੀ? ਨਹੀਂ ਆਪ ਹੀ ਕੀਤਾ ਹਾਂ ਜੀ ਅੱਜ ਜ਼ਰੂਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ ਜੀ ਸਰ। ਇਹਨਾਂ ਦਾ ਜਵਾਬ ਦੇਵਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਥੋਂ ਬੈਂਕਨ ਤੋਂ ਬੋਲਦਾ ਸੀਗਾ ਜੀ। ਮੈਂ ਪਤਾ ਕਰਨਾ ਸੀਗਾ ਕਿ ਆਪਣੇ ਮੇਰੇ ਤਾਂ ਸਿਸਟਰ ਨੇ ਇੰਡੀਆ ਤੋਂ ਕੀਤਾ ਹੋਇਆ ਅਪਲਾਈ ਆਪਣੇ ਸਟੂਡੈਂਟ ਵੀਜ਼ੇ ਵਾਸਤੇ ਨਵੰਬਰ 'ਚ ਜੀ ਤੇ ਉਹਨਾਂ ਦੇ ਕਾਲਜ ਵਾਲੇ ਕਹਿੰਦੇ ਕਿ ਤੁਸੀਂ ਤੁਹਾਡਾ ਅਗਰ ਵੀਜ਼ਾ ਨੂੰ ਥੋੜਾ ਟਾਈਮ ਵੀ ਲੱਗਣਾ ਤੁਸੀਂ ਆਨਲਾਈਨ ਸਟੱਡੀ ਕਰ ਸਕਦੇ ਇਨ ਕੇਸ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਅਸੀਂ ਫੀਸ ਬਾਅਦ ਤੁਹਾਡੀ ਵਾਪਸ ਕਰ ਦਾਂਗੇ। ਤੇ ਮੈਂ ਕਹਿਣਾ ਤੁਹਾਨੂੰ ਪੁੱਛਣਾ ਸੀਗਾ ਕਿ ਓਕੇ ਹੈਗਾ ਕਿ ਇਦਾਂ ਆਪਾਂ ਕਰ ਸਕਦੇ ਹੈਗੇ ਆ ਤੇ ਜਿੱਦਾਂ ਤੁਹਾਡਾ ਅਸੀਂ ਵੀਜ਼ਾ ਨਹੀਂ ਵੀ ਆਇਆ ਤਾਂ ਇੱਥੇ ਆਨਲਾਈਨ ਆਪਾਂ ਸਟੱਡੀ ਕਰ ਸਕਦੇ ਆ। ਤੇ ਸੈਕੰਡਲੀ ਇਹ ਹੈਗਾ ਕਿ ਇਨ ਕੇਸ ਉੱਥੇ ਟਾਈਮ ਤੇ ਮੰਨ ਲਓ ਲਾਈਕ ਉਹਨਾਂ ਦਾ ਵੀਜ਼ਾ ਆ ਜਾਂਦਾ ਉਸੇ ਟਾਈਮ ਦੇ ਵਿੱਚ ਹੀ ਤੇ ਵਿਦਿਨ ਸਮੈਸਟਰ ਲਾਈਕ ਜਿੱਦਾਂ ਹੁਣ ਉਹਨਾਂ ਜਨਵਰੀ 'ਚ ਫਰਵਰੀ 'ਚ ਪੜ੍ਹਾਈ ਕਰਦੇ ਹੀ ਇੱਥੇ ਕੈਨੇਡਾ ਆ ਸਕਦੇ ਅਗਰ ਵੀਜ਼ਾ ਆ ਜਾਂਦਾ ਉਹਨਾਂ ਦਾ। ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ। ਇਸ ਤੋਂ ਪਹਿਲਾਂ ਜਿਨ੍ਹਾਂ ਨੇ ਪੇਰੈਂਟਸ ਦੇ ਬਾਰੇ ਗੱਲ ਕੀਤੀ ਸੀ ਸੋ ਜਿਹੜਾ ਐਕਸਟੈਂਸ਼ਨ ਹੈਗਾ ਉਹ ਉਦੋਂ ਤੱਕ ਹੀ ਮਿਲ ਸਕਦਾ ਹੈਗਾ ਜਦੋਂ ਤੱਕ ਤੁਹਾਡਾ ਪਾਸਪੋਰਟ ਵੈਲਿਡ ਹੈਗਾ। ਸੋ ਉਹਦੀ ਬਿਯੋਂਡ ਉਹਦੀ ਵੈਲਿਡਿਟੀ ਨਹੀਂ ਮਿਲ ਸਕਦਾ ਹੈਗਾ। ਸੋ ਆਪਾਂ ਨੂੰ ਕਾਲਰ ਨੇ ਨਹੀਂ ਦੱਸਿਆ ਕਿ ਉਹਨਾਂ ਨੇ ਕਦੋਂ ਅਪਲਾਈ ਕੀਤਾ ਸੀ ਤੇ ਉਹ ਵੈਲਿਡਿਟੀ ਕਿੰਨੇ ਚਿਰ ਦੀ ਰਹਿੰਦੀ ਸੀਗੀ। ਸੋ ਜਿਹੜਾ ਵੈਬਸਾਈਟ ਹੈਗਾ ਜਾਂ ਇਹ ਅਪਲਾਈ ਕਰਨਾ ਹੈਗਾ ਇਹ ਅਕਸਰ ਇਹ ਬਹੁਤ ਸਾਰੇ ਲੋਕਾਂ ਦਾ ਭੁਲੇਖ ਹੈ ਕਿ ਇਮੀਗ੍ਰੇਸ਼ਨ ਸਰਵਿਸ ਹੈਗਾ। ਇਮੀਗ੍ਰੇਸ਼ਨ ਸਰਵਿਸ ਨਹੀਂ ਹੈਗਾ, ਇਮੀਗ੍ਰੇਸ਼ਨ ਲਾਅ ਹੈਗਾ। ਸੋ ਸਰਕਾਰ ਆਪਾਂ ਨੂੰ ਕੋਈ ਸਰਵਿਸ ਨਹੀਂ ਪ੍ਰੋਵਾਈਡ ਕਰ ਰਹੀ ਕਿ ਆਪਾਂ ਉਹਨਾਂ ਨੇ ਕੋਈ ਵੈਬਸਾਈਟ ਹੈ ਜਿੱਥੇ ਜਾ ਕੇ ਆਪਾਂ ਉਹਨੂੰ ਅਪਡੇਟ ਕਰਦੀ ਹੈ। ਆਪਾਂ ਇੱਕ ਅਰਜ਼ੀ ਕੀਤੀ ਹੈਗੀ ਹੈ, ਉਹ ਐਪਲੀਕੇਸ਼ਨ ਹੈ ਜਿਹੜੀ ਕਿ ਕਾਨੂੰਨ ਦੀ ਧਾਰਾ 10 ਦੇ ਥੱਲੇ ਕੀਤੀ ਹੈਗੀ ਹੈ। ਸੋ ਰੈਗੂਲੇਸ਼ਨ 10 ਹੈ ਜਿਹੜਾ ਉਹ ਕਹਿੰਦਾ ਹੈਗਾ ਕਿ ਜਿਹੜਾ ਐਪਲੀਕੇਸ਼ਨ ਹੈ ਉਹ ਫਾਰਮ ਤੇ ਕੰਟੈਂਟ ਦੇ ਵਿੱਚ ਵੀ ਪੂਰਾ ਹੋਣਾ ਚਾਹੀਦਾ। ਦੂਜਾ ਸੈਕਸ਼ਨ 16 ਹੈ ਜਿਹੜਾ ਉਹ ਕਹਿੰਦਾ ਹੈਗਾ ਕਿ ਜੋ ਰੀਜ਼ਨੇਬਲੀ ਇਨਫੋਰਮੇਸ਼ਨ ਜਾਂ ਡਾਕੂਮੈਂਟੇਸ਼ਨ ਰਿਕੁਆਇਰਡ ਹੈਗੀ ਹੈ ਉਹ ਪ੍ਰੋਵਾਈਡ ਟਰੂਥਫੁਲੀ ਪ੍ਰੋਵਾਈਡ ਕਰਨਾ ਆਪਣੀ ਜ਼ਿੰਮੇਵਾਰੀ ਹੈ। ਸੋ ਜ਼ਿੰਮੇਵਾਰੀ ਆਪਾਂ ਨੂੰ ਦੇਤੀ ਤੇ ਸਰਕਾਰ ਕੋਈ ਵੈਬਸਾਈਟ ਨਹੀਂ ਨਾ ਬਣਾਊਗੀ ਕਿ ਆਪਾਂ ਪਹੁੰਚਾਈਏ ਕਿਉਂਕਿ ਅਰਜ਼ੀ ਆਪਣੀ ਹੈਗੀ ਹੈ ਇਸ ਲਈ ਆਪਾਂ ਉਹਦੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਉਹ ਪੂਰੀਆਂ ਕਰਨੀਆਂ ਨੇ। ਤੇ ਦੂਜਾ ਜਿਸ ਦਿਨ ਉਹ ਫੈਸਲਾ ਹੋਣਾ ਉਸ ਦਿਨ ਆਫਿਸਰ ਦੇ ਸਾਹਮਣੇ ਕੀ ਇਨਫੋਰਮੇਸ਼ਨ ਹੈਗੀ ਹੈ ਜਾਣਕਾਰੀ ਹੈ ਉਹਨੇ ਉਹਦੇ ਤੇ ਫੈਸਲਾ ਕਰਨਾ ਹੈਗਾ। ਸੋ ਹੁਣ ਇਹਨਾਂ ਨੇ ਆਨਲਾਈਨ ਐਪਲੀਕੇਸ਼ਨ ਕੀਤਾ ਹੈਗਾ। ਸੋ ਆਨਲਾਈਨ ਐਪਲੀਕੇਸ਼ਨ ਦੇ ਵਿੱਚੋਂ ਇਹ ਅਕਸਰ ਪ੍ਰੋਬਲਮ ਆਉਂਦੀ ਹੈਗੀ ਹੈ ਕਿ ਜਿੱਥੇ ਜਾਣਕਾਰੀ ਪਹੁੰਚਾਉਣੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈਗੀ ਹੈ। ਸੋ ਜੇ ਇਹਨਾਂ ਕੋਲੇ ਕਿਉਂਕਿ ਇਹਨਾਂ ਨੇ ਆਨਲਾਈਨ ਅਪਲਾਈ ਕੀਤਾ ਇਹਨਾਂ ਨੂੰ ਫਾਈਲ ਨੰਬਰ ਆਇਆ ਹੋਣਾ ਸੋ ਫਾਈਲ ਨੰਬਰ ਆਉਣ ਤੋਂ ਬਾਅਦ ਜਿਹੜਾ ਕੇਸ ਪ੍ਰੋਸੈਸਿੰਗ ਸੈਂਟਰ ਹੈ ਉੱਥੇ ਤੱਕ ਐਡਮਿੰਟਨ ਦੇ ਵਿੱਚ ਇਹ ਜਾਣਕਾਰੀ ਪਹੁੰਚਾਉਣੀ ਜ਼ਰੂਰੀ ਹੈਗੀ ਹੈ। ਸੋ ਉਹਦੇ ਲਈ ਇੱਕ ਤਾਂ ਇਹਨਾਂ ਨੂੰ ਇਹ ਅਪਡੇਟ ਕਰਨਾ ਬਹੁਤ ਜ਼ਰੂਰੀ ਹੋਊਗਾ ਕਿ ਉਹਨਾਂ ਦਾ ਪਾਸਪੋਰਟ ਆ ਗਿਆ ਤਾਂ ਕਿੰਨੀ ਚਿਰ ਦਾ ਅਰਜ਼ੀ ਨੂੰ ਵੀ ਅਮੈਂਡ ਕਰਨਾ ਪੈਣਾ ਕਿਉਂਕਿ ਉਹ ਅਰਜ਼ੀ ਦੇ ਉੱਤੇ ਆਪਾਂ ਇਹ ਜਾਣਕਾਰੀ ਦਿੱਤੀ ਹੈ ਕਿ ਮੈਂ ਇੰਨਾ ਚਿਰ ਮੇਰੀ ਪਾਸਪੋਰਟ ਦੀ ਵੈਲਿਡਿਟੀ ਹੈ ਤੇ ਮੈਂ ਇੰਨਾ ਚਿਰ ਰਹਿਣਾ ਚਾਹੁੰਦਾ ਹੈਗਾ। ਸੋ ਉਹ ਤੋਂ ਬਿਯੋਂਡ ਤਾਂ ਨਹੀਂ। ਸੋ ਅਰਜ਼ੀ ਨੂੰ ਵੀ ਅਮੈਂਡ ਕਰਨਾ ਜ਼ਰੂਰੀ ਹੈਗਾ। ਸੋ ਜਿਹੜਾ ਜਾਣਕਾਰੀ ਹੈ ਉਹ ਤਾਂ ਤੁਸੀਂ ਕੇਸ ਪ੍ਰੋਸੈਸਿੰਗ ਸੈਂਟਰ ਐਡਮਿੰਟਨ ਦੇ ਵਿੱਚ ਪਹੁੰਚਾਉਣੀ ਹੈ ਸਬੂਤਾਂ ਤਹਿਤ। ਪਰ ਜੇ ਤੁਸੀਂ ਸਾਡੀ ਮਦਦ ਚਾਹੁੰਦੇ ਹੋ ਜੀ ਸਕਰੀਨ ਤੇ ਨੰਬਰ ਆ ਰਹੇ ਨੇ ਤੁਸੀਂ ਸਾਨੂੰ ਵੀ ਕਾਲ ਕਰ ਸਕਦੇ ਹੋ ਜੀ। ਨੈਕਸਟ ਕੁਐਸਚਨ ਦਾ ਆਨਸਰ ਦਵਾਂਗੇ ਕਿ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। हाय सत श्रीकाल जी। मेरा नाम जिशान है, मैं पाकिस्तान से बोल रहे हैं जी सर। सबसे पहले तरन जी थैंक यू सो मच फॉर इनवाइटिंग सच अ वंडरफुल पर्सन। ही इज वेरी मच नॉलेजेबल पर्सन एंड आई वुड लाइक टू थैंक योर डायरेक्टर एंड योर प्रोड्यूसर टू। थैंक यू सो मच सर। सेकंड थैंक यू जिशान खैरा साहब यू आर ग्रेट सर। ਹੁਣ ਮੇਰਾ ਕੁਐਸਚਨ ਹੈ ਸਰ ਮੇਰਾ ਕੁਐਸਚਨ ਹੈ ਕਿ ਜਿਹੜਾ EMPLOYER ਡਰਿਵਨ ਸਟਰੀਮ ਹੈ ਉਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਵਿਦ EMPLOYER ਲੈਟਰ और फॉरेन वर्कर भी अप्लाई कर सकता है। ਇਹਦੇ ਵਾਸਤੇ ਮੇਨਟੇਨੈਂਸ ਫੰਡ ਜ਼ਰੂਰੀ ਨੇ? ਬਿਲਕੁਲ ਜੀ। ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਉਹ EMPLOYER ਡਰਿਵਨ ਸਟਰੀਮ 'ਚ ਅਪਲਾਈ ਕਰ ਸਕਦਾ ਹੈਗਾ ਪ੍ਰੋਵਾਈਡਡ ਕਿ ਉਹ ਕ੍ਰਾਈਟੇਰੀਆ ਮੀਟ ਕਰਦਾ ਹੋਣਾ ਜ਼ਰੂਰੀ ਹੈਗਾ। ਹਾਂਜੀ ਜਿਹੜੀ ਫੰਡਸ ਦੀ ਰਿਕੁਆਇਰਮੈਂਟ ਉਹ ਅਸੈਂਸ਼ੀਅਲ ਹੈਗੀ ਹੈ ਅੰਟਿਲ ਅਨਲੈਸ ਤੁਸੀਂ ਜੇ ਜੌਬ ਕਰਦੇ ਹੈਗੇ ਹੋ ਔਨ ਜੌਬ ਹੋ ਫਿਰ ਤੁਸੀਂ ਐਗਜ਼ੈਂਪਟਡ ਹੋ ਜਾਂ ਤੁਹਾਡੇ ਕੋਲ ਜਿਹੜੀ ਇਨਡਿਟਰਮਿਨੇਟ ਜੌਬ ਆਫਰ ਹੈਗੀ ਹੈ ਫਿਰ ਵੀ ਐਗਜ਼ੈਂਪਟਡ ਹੋ। ਜੇ ਉਹ ਨਹੀਂ ਹੈਗਾ ਹਾਂਜੀ ਤੁਹਾਨੂੰ ਰਿਕੁਆਇਰਮੈਂਟ ਮੀਟ ਕਰਨਾ ਜ਼ਰੂਰੀ ਹੈਗਾ ਜੀ।
ਸ਼ੁਕਰੀਆ ਜੀ ਕਾਲ ਕਰਨ Thank you so ਲਈ। much. ਸ਼ੁਕਰੀਆ ਜੀ, ਸ਼ੁਕਰੀਆ ਸਰ। ਇਸ ਦੌਰਾਨ ਇੱਕ ਹੋਰ ਕਾਲਰ ਨੇ ਕਾਲ ਕੀਤੀ ਸੀ ਕਿ ਉਹਨਾਂ ਦੀ ਸਿਸਟਰ ਨੇ ਜਿਹੜਾ ਸਟੱਡੀ ਵੀਜ਼ਾ ਨਹੀਂ ਅਪਲਾਈ ਕੀਤਾ ਹੋਇਆ। ਬਿਲਕੁਲ ਜੀ। ਸੋ ਜਿਹੜੇ ਇੰਡੀਵਿਜੂਅਲਸ ਨੇ ਸੈਪਟੈਂਬਰ ਲਈ ਪ੍ਰੋਗਰਾਮ ਚਾਉਣਾ ਸੀ, ਉਦੋਂ ਇੱਕ 2 ਸਟੈਪ ਪ੍ਰੋਸੀਜਰ ਸ਼ੁਰੂ ਕੀਤਾ ਗਿਆ ਸੀ, ਜਿਹਦੇ ਵਿੱਚ ਪਹਿਲਾਂ ਅਪਰੂਵਲ ਇਨ ਪ੍ਰਿੰਸੀਪਲ ਸੀ, ਤੇ ਜਦੋਂ ਤੁਸੀਂ ਜੇ ਅਪਰੂਵਲ ਇਨ ਪ੍ਰਿੰਸੀਪਲ ਮਿਲ ਜਾਂਦਾ ਸੀ ਤਾਂ ਤੁਸੀਂ ਉੱਥੇ ਆਨਲਾਈਨ ਪੜ੍ਹਾਈ ਕਰ ਸਕਦੇ ਸੀ। ਪਰ ਜਨਵਰੀ ਲਈ ਇਹ ਕ੍ਰਾਈਟੇਰੀਆ ਹਾਲੇ ਤੱਕ ਐਸਟੈਬਲਿਸ਼ ਨਹੀਂ ਹੋਇਆ ਹੈਗਾ, ਨਾ ਇਹਦੀ ਕੋਈ ਜਾਣਕਾਰੀ ਦਿੱਤੀ ਗਈ ਹੈ। ਹੁਣ ਤੁਹਾਡਾ ਤੇ ਸਕੂਲ ਦਾ ਜਿਹੜਾ ਮਾਮਲਾ ਹੈਗਾ, ਆਪਸ ਦਾ ਮਾਮਲਾ ਹੈਗਾ। ਸਕੂਲ ਇੱਕ ਬਿਜ਼ਨਸ ਐਂਟਰਪ੍ਰਾਈਜ਼ ਹੈਗਾ, ਫॉर ਪ੍ਰੋਫਿਟ ਬਿਜ਼ਨਸ ਹੈ ਉਹ। ਸੋ ਇੱਕ ਸੌਦਾ ਤੁਹਾਨੂੰ ਵੇਚ ਰਿਹਾ, ਉਹ ਪੜ੍ਹਾਈ ਹੈ, ਤੁਸੀਂ ਉਹ ਸੌਦਾ ਖਰੀਦ ਰਹੇ ਹੋ। ਸੋ ਇਹ ਇੱਕ ਦੋਵਾਂ ਦੇ ਵਿੱਚ ਇੱਕ ਬਿਜ਼ਨਸ ਵੈਂਚਰ, ਬਿਜ਼ਨਸ ਡੀਲ ਹੋ ਰਿਹਾ ਹੈਗਾ। ਕਾਨੂੰਨ ਦੀ ਰਿਕੁਆਇਰਮੈਂਟ ਟੈਕਨੀਕਲੀ ਉਹ ਪੂਰੀ ਨਹੀਂ ਕਰਦੇ, ਕਿਉਂਕਿ ਤੁਹਾਡਾ ਟਾਈਮ ਜਿੰਨਾ ਚਿਰ ਤੁਹਾਡੇ ਕੋਲ ਸਟੱਡੀ ਪਰਮਿਟ ਹੈ ਉਹੀ। ਇੱਕ ਮਿੰਟ, ਮੈਂ ਕਾਲਰ ਨੂੰ ਕਹਾਂਗੀ ਪਲੀਜ਼ 1 ਮਿੰਟ ਲਈ ਹੋਲਡ ਕਰਿਓ। ਖੈਰਾ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਰਹੇ ਨੇ, ਪਲੀਜ਼। ਓਕੇ ਜੀ ਸਰ। ਜਿੰਨਾ ਚਿਰ ਤੁਹਾਡੇ ਕੋਲ ਅਪਰੂਵਲ ਇਨ ਪ੍ਰਿੰਸੀਪਲ ਨਹੀਂ, ਜਿਹੜਾ ਪੜ੍ਹਾਈ ਤੁਸੀਂ ਉਹ ਬਿਨਾਂ ਅਪਰੂਵਲ ਇਨ ਪ੍ਰਿੰਸੀਪਲ ਤੋਂ ਕਰੋਗੇ, ਉਹਦਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੋਊਗਾ। ਦੂਜੀ ਗੱਲ, ਜੇ ਕਾਲਜ ਕਹਿੰਦਾ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਅਸੀਂ ਤੁਹਾਨੂੰ ਪੈਸੇ ਵਾਪਸ ਕਰ ਦਾਂਗੇ, ਇਹਨੂੰ ਤੁਸੀਂ ਇੱਕ ਰਿਟਨ ਫਾਰਮੈਟ ਦੇ ਵਿੱਚੋਂ ਲੈਣਾ ਅਤਿਅੰਤ ਜ਼ਰੂਰੀ ਹੈਗਾ ਕਿਤੇ, ਬਿਕੋਜ਼ ਤੁਸੀਂ ਟੈਕਨੀਕਲੀ ਬਿਨਾਂ ਵੀਜ਼ੇ ਦੇ ਉਹ ਓਪਰਚੁਨਿਟੀ ਅਵੇਲ ਕਰ ਰਹੇ ਹੋ, ਤੇ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਸਰਕਾਰ ਨੇ ਇਹ ਗੱਲ ਨੂੰ ਆਲਰੇਡੀ ਕਲੀਅਰ ਕੀਤਾ, ਗਵਰਨਮੈਂਟ ਨੇ, ਕਿ ਜਿੰਨਾ ਚਿਰ ਅਪਰੂਵਲ ਇਨ ਪ੍ਰਿੰਸੀਪਲ ਨਹੀਂ ਤੁਸੀਂ ਪੜ੍ਹਾਈ ਨਹੀਂ ਸ਼ੁਰੂ ਕਰ ਸਕਦੇ, ਪਰ ਤੁਸੀਂ ਉਹਦੇ ਬਿਯੋਂਡ ਜਾ ਕੇ ਕਰ ਰਹੇ ਹੋ, ਜੇ ਤੁਸੀਂ ਆਨਲਾਈਨ ਪੜ੍ਹਾਈ ਕਰ ਸਕਦੇ ਹੋ। ਸੋ ਕੱਲ ਨੂੰ ਇਹ ਨਾ ਹੋਵੇ ਕਿ ਜਿਹੜਾ ਕਾਲਜ ਹੈ ਉਹ ਇਹ ਗੱਲ ਨੂੰ ਕਲੇਮ ਕਰ ਲੇ ਕਿ ਮੈਂ ਤਾਂ ਤੈਨੂੰ ਪੜ੍ਹਾਈ ਕਰਵਾ ਦਿੱਤੀ ਹੈ, ਸੋ ਮੈਂ ਤੈਨੂੰ ਰਿਫੰਡ ਨਹੀਂ ਕਰੂੰਗਾ। ਇਹਨਾਂ ਦੇ ਸੈਕੰਡ ਕੁਐਸਚਨ ਦਾ ਆਨਸਰ ਦਵਾਂਗੇ। ਪਹਿਲਾਂ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਐਕਸਪੋਰਟ ਤੋਂ ਬੋਲਦੇ ਹਾਂ ਜੀ, ਦੱਸੋ ਕੀ ਸਵਾਲ ਹੈ? ਹਾਂਜੀ, ਅਸੀਂ ਪੁੱਛਣਾ ਹੈਗਾ ਵੀ ਸਾਡੀ ਬੇਟੀ ਦੀ ਨੈਣੀ ਦੀ ਫਾਈਲ ਲੱਗੀ ਹੋਈ ਆ, ਤੇ ਉਹਦੀ ਜੁਲਾਈ ਮਹੀਨੇ ਦੀ ਪਹੁੰਚੀ ਵੀ ਐਡਮਿਟ, ਤੇ ਪਰ ਹੁਣ ਉਹਦਾ ਵੀਜ਼ਾ ਐਕਸਪਾਇਰ ਹੋ ਰਿਹਾ ਦਸੰਬਰ 'ਚ, ਤੇ ਸਾਨੂੰ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਸਾਡੀ 2750 ਦੇ ਵਿੱਚ ਫਾਈਲ ਆ ਗਈ ਤੇ ਨਾ ਸਾਨੂੰ ਫਾਈਲ ਨੰਬਰ ਮਿਲਿਆ ਜੀ। ਵੀਜ਼ਾ ਕਿਹੜਾ ਐਕਸਪਾਇਰ ਹੋ ਰਿਹਾ ਜੀ? ਵੀਜ਼ਾ ਜਿਹੜਾ ਨੈਣੀ ਵਾਲਾ ਸੀਗਾ ਦਾ ਵਰਕ ਪਰਮਿਟ ਵਾਲਾ। ਮੈਨੂੰ ਸਵਾਲ ਨਹੀਂ ਨਾ ਸਮਝ ਆਇਆ। ਹਾਂ, ਮੈਨੂੰ ਵੀ ਸਵਾਲ ਨਹੀਂ ਸਮਝ ਆਇਆ ਜੀ। ਦੁਬਾਰਾ ਸਵਾਲ ਦੱਸੋਗੇ? ਤੁਸੀਂ ਉਹਨਾਂ ਨੇ ਕੰਮ ਕਰਕੇ ਆਪਣੀ ਪੱਕੇ ਹੋਣ ਦੀ ਅਰਜ਼ੀ ਦਾਖਲ ਕੀਤੀ ਹੈ ਜੀ? ਹਾਂਜੀ ਹਾਂਜੀ ਹਾਂਜੀ। ਉਹਦਾ ਇਹ 2750 ਅਰਜ਼ੀਆਂ ਨਾਲ ਕੋਈ ਵੀ ਸਬੰਧ ਨਹੀਂ ਹੈਗਾ ਜੀ। ਹਾਂਜੀ, ਮੈਂ ਡਿਟੇਲ ਨਾਲ ਜਵਾਬ ਦੇ ਦਿੰਦਾ। ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ। ਇਸ ਤੋਂ ਪਹਿਲਾਂ ਜਿਨ੍ਹਾਂ ਨੇ ਆਪਾਂ ਨੂੰ ਸਿਸਟਰ ਨੂੰ ਲੈ ਕੇ ਕਾਲ ਕੀਤੀ ਸੀ, ਜਵਾਬ ਦੇਵਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬੇਟੇ ਐਡਮਿੰਟਨ ਤੋਂ ਬੋਲਦੀ ਹਾਂ ਜੀ। ਅਸੀਂ ਨਾ ਮੈਂ ਕਿ ਸੁਪਰ ਵੀਜ਼ੇ ਤੇ ਆਏ ਹੋਏ ਆ ਆਪਣੀ ਬੇਟੀ ਕੋਲ। ਅਸੀਂ 19 ਚ ਨਾ ਜਨਵਰੀ ਚ ਫਾਈਲ ਲਾਈ ਸੀ ਉਹਨੇ ਸਾਡੀ PR ਦੀ ਜੀ 19 ਚ, ਤੇ ਫਰਵਰੀ 20 ਚ ਸਾਤੋਂ ਉਹਨਾਂ ਨੇ ਕੋਈ ਪੇਪਰ ਵਗੈਰਾ ਮੰਗਿਆ ਸੀ, ਉਹ ਬੇਟੀ ਨੇ ਭੇਜਤਾ ਸੀਗਾ, ਤੇ ਉਸ ਤੋਂ ਬਾਅਦ ਚ ਹੁਣ ਕੋਈ ਸਾਨੂੰ ਪਤਾ ਨਹੀਂ ਲੱਗਿਆ ਹੈਗਾ, ਕੋਈ ਸਾਨੂੰ ਕੁਝ ਨਹੀਂ ਆਇਆ ਹੈ ਜੀ। ਹਾਂਜੀ, ਆਪਾਂ ਟੀਵੀ ਸਕਰੀਨ ਤੇ ਆਨਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਉਹਨਾਂ ਦਾ ਬ੍ਰੈਂਪਟਨ ਵਾਲਿਆਂ ਦਾ ਸੈਕੰਡ ਕੁਐਸਚਨ ਸੀ ਕਿ ਉਹਨਾਂ ਦੀ ਜੇਕਰ ਸਿਸਟਰ ਨੂੰ ਵੀਜ਼ਾ ਮਿਲ ਜਾਂਦਾ ਤਾਂ ਕੀ ਜੈਨ ਫੈਬ ਦੇ ਵਿੱਚ ਇੱਥੇ ਆ ਸਕਦੀ ਹੈ? ਜੀ ਬਿਲਕੁਲ ਜੀ। ਜੇ ਉਹਨਾਂ ਦਾ ਜਿਹੜਾ ਸਕੂਲ ਹੈ ਉਹ ਇਨ ਪਰਸਨ ਕਲਾਸਿਸ ਦੇ ਰਿਹਾ ਹੈ ਤੇ ਪਬਲਿਕ ਹੈਲਥ ਮਹਿਕਮੇ ਵੱਲੋਂ ਉਹਨੂੰ ਇਨ ਪਰਸਨ ਕਲਾਸਿਸ ਕੰਡਕਟ ਕਰਨ ਦੀ ਇਜਾਜ਼ਤ ਮਿਲ ਚੁੱਕੀ ਹੈ। ਸੋ ਉਹ ਲਿਸਟ ਆਲਰੇਡੀ ਸਰਕਾਰ ਉਹਨੂੰ ਅਪਡੇਟ ਕਰਦੀ ਰਹਿੰਦੀ ਹੈ, ਤੇ ਆਪਾਂ ਗੱਲ ਕਰਦੇ ਸ਼ੈਰਡਨ ਕਾਲਜ ਵੀ ਹੁਣ ਆ ਗਿਆ ਜੀ ਉਹ ਲਿਸਟ। ਹਾਂਜੀ ਬਿਲਕੁਲ, ਲਿਸਟ ਤੇ ਆ ਗਿਆ ਹੈ ਜੀ ਫਾਈਨਲੀ। ਸੋ ਪਰ ਕਿਉਂਕਿ ਹੁਣ ਜਿਹੜਾ ਇੱਥੇ ਪੀਲ ਐਂਡ ਟੋਰਾਂਟੋ ਦੇ ਵਿੱਚ ਲਾਕਡਾਊਨ ਹੋਇਆ, ਸੋ ਇਨ ਪਰਸਨ ਪੋਸਟ ਸੈਕੰਡਰੀ ਕਲਾਸਿਸ ਨੇ ਜਿਹੜੀਆਂ ਉਹ ਨਹੀਂ ਹੋ ਰਹੀਆਂ ਹੈਗੀਆਂ ਨੈਕਸਟ 28 ਡੇਜ਼ ਤੱਕ। ਸੋ ਜਦੋਂ ਇਹ ਲਾਕਡਾਊਨ ਖੁੱਲ੍ਹ ਜਾਂਦਾ ਹੈਗਾ ਤਾਂ ਹੀ ਇਨ ਪਰਸਨ ਅਲਾਉਡ ਹੋਊਗਾ। ਤੇ ਦੂਜਾ, ਜੇ ਉਹਨਾਂ ਦਾ ਸਕੂਲ ਉਹ ਲਿਸਟ ਦੇ ਉੱਤੇ ਹੈਗਾ ਤਾਂ ਹੀ ਉਹ ਟਰੈਵਲ ਕਰ ਸਕਦੇ ਨੇ। ਜੇ ਉਹ ਸਕੂਲ ਲਿਸਟ ਤੇ ਨਹੀਂ ਹੈਗਾ ਤੇ ਫਿਰ ਉਹਨਾਂ ਨੂੰ ਆਨਲਾਈਨ ਪੜ੍ਹਾਈ ਹੀ ਕਰਨੀ ਪੈਣੀ ਹੈ ਜੀ। ਇਸ ਤੋਂ ਬਾਅਦ ਐਵਰਸਫੋਰਡ ਤੋਂ ਕਾਲ ਸੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਉਹਨਾਂ ਦੀ ਬੇਟੀ ਦੀ ਨੈਨੀ ਦੀ ਫਾਈਲ ਲਗਾਈ ਸੀ ਤੇ ਦੈਨ PR। ਬਿਲਕੁਲ ਜੀ। ਸੋ ਜਿਹੜੀ ਅਰਜ਼ੀ ਇਹਨਾਂ ਨੇ ਦਾਖਲ ਕੀਤੀ ਹੈ ਉਹ ਇਹ 2750 ਅਰਜ਼ੀਆਂ ਨਾਲ ਕੋਈ ਸਬੰਧ ਨਹੀਂ ਹੈਗਾ। ਜਿਹੜੀ ਅਰਜ਼ੀ ਕਾਲਰ ਤੇ ਡਾਟਰ ਨੇ ਦਾਖਲ ਕੀਤੀ ਹੈਗੀ ਹੈ ਉਹ 2 ਸਾਲ ਦੇ ਕੰਮ ਕਰਨ ਤੋਂ ਬਾਅਦ ਪਰਮਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਕੀਤੀ ਹੈ। ਸੋ ਉਹ ਅਰਜ਼ੀ ਦੇ ਨਾਲ ਹੀ ਓਪਨ ਵਰਕ ਪਰਮਿਟ ਲਈ ਵੀ ਉਹਨਾਂ ਨੇ ਅਰਜ਼ੀ ਕੀਤੀ ਹੋਈ ਹੈ। ਜੇ ਤਾਂ ਉਹ ਅਰਜ਼ੀ ਉਹਨਾਂ ਨੇ ਓਪਨ ਵਰਕ ਪਰਮਿਟ ਲਈ ਕੀਤੀ ਹੈ ਤਾਂ ਜਿਹੜਾ ਹੁਣੇ ਪਰਮਿਟ ਐਕਸਪਾਇਰ ਹੋ ਰਿਹਾ ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਕਿਉਂਕਿ ਅਰਜ਼ੀ ਆਲਰੇਡੀ ਹੋ ਚੁੱਕੀ ਹੈ। ਜੇ ਉਹਨਾਂ ਨੇ ਅਰਜ਼ੀ ਨਹੀਂ ਕੀਤੀ ਹੈਗੀ ਜਿਹੜੀ ਵਰਕ ਪਰਮਿਟ ਦੀ ਅਰਜ਼ੀ ਪਰਮਨੈਂਟ ਰੈਜ਼ੀਡੈਂਸ ਦੇ ਨਾਲ,
ਤਾਂ ਉਹਨੂੰ ਹੁਣ ਕਰਨ ਦਾ ਮੌਕਾ ਹੈਗਾ, ਉਹਨੂੰ ਹੁਣ ਵੀ ਕਰ ਸਕਦੇ ਆ ਖਤਮ ਹੋਣ ਤੋਂ ਪਹਿਲਾਂ। ਤੇ ਦੂਜੀ ਗੱਲ ਇਹ ਹੈਗੀ ਹੈ, ਜੇ ਉਹ ਰਿਕੁਆਇਰਮੈਂਟਸ ਨਾ ਮੀਟ ਕਰਦੇ ਹੋਏ, ਰੱਬ ਨਾ ਕਰੇ ਇਹੋ ਜਿਹਾ ਹੋਵੇ, ਪਰ ਜੇ ਉਹਨਾਂ ਦਾ ਕੇਸ ਰਿਫਿਊਜ਼ ਹੋ ਜਾਂਦਾ ਤਾਂ ਵਰਕ ਪਰਮਿਟ ਅਰਜ਼ੀ ਵੀ ਨਾਲ ਦੀ ਨਾਲ ਰਿਫਿਊਜ਼ ਹੋ ਜਾਣੀ ਹੈਗੀ ਹੈ। ਸੋ ਕਿਉਂਕਿ ਮੈਂ ਪ੍ਰੀਵੀ ਨਹੀਂ ਹੈਗਾ ਉਹ ਕੇਸ ਨੂੰ, ਸੋ ਇਹਨਾਂ ਨੂੰ ਕਾਲਰ ਨੂੰ ਕਹੂੰਗਾ ਕਿ ਸਾਡੇ ਆਫਿਸ ਨੂੰ ਕਾਲ ਕਰ ਲੈਣ ਜੀ, ਉਹ ਮੇਰੇ ਨਾਲ ਅਪਾਇੰਟਮੈਂਟ ਬਣਾ ਲੈਣਗੇ ਤੇ ਉਹ ਤੋਂ ਬਾਅਦ ਕਾਫੀ ਸਾਰੇ ਸਵਾਲ ਜਵਾਬ ਨੇ ਜਿਹੜੇ ਤੁਹਾਡੇ ਨਾਲ ਕਰਨ ਦੀ ਜ਼ਰੂਰਤ ਹੈ ਤੁਹਾਨੂੰ ਸਹੀ ਸਲਾਹ ਦੇਣ ਲਈ। ਬਿਲਕੁਲ ਜੀ। ਨੈਕਸਟ ਕਾਲਰ ਸੀ ਐਡਮਿੰਟਨ, ਜਿਨ੍ਹਾਂ ਨੇ ਕਾਲ ਕੀਤੀ ਸੀ ਕਿ ਉਹਨਾਂ ਦੀ ਬੇਟੀ ਨੇ ਉਹਨਾਂ ਦੀ PR ਦੀ ਫਾਈਲ ਲਗਾਈ ਹੈ ਪਰ ਕੋਈ ਅਪਡੇਸ਼ਨ ਨਹੀਂ ਆਈ। ਜੀ ਬਿਲਕੁਲ, ਉਹਨਾਂ ਆਖਿਆ ਸੀ ਕਿ 2019 ਦੇ ਵਿੱਚ ਉਹਨਾਂ ਨੇ ਕੇਸ ਅਪਲਾਈ ਕੀਤਾ ਹੈਗਾ, ਸੋ 2019 ਚ ਜੇ ਕੀਤਾ ਹਾਲੇ ਉਹਨਾਂ ਨੂੰ ਬਹੁਤ ਟਾਈਮ ਲੱਗਣਾ ਹੈਗਾ ਜੀ। ਸੋ ਉਹਨਾਂ ਦੀ ਕਰੀਬਨ 4 ਸਾਲ ਦਾ ਸਮਾਂ ਜਿਹੜਾ ਲੱਗਦਾ ਹੈ, ਸੋ 19 ਚ ਕੀਤੀ ਹੈ ਤਾਂ 23 ਦੇ ਨੇੜੇ ਤੇੜੇ ਉਹਨਾਂ ਦੀ ਵਾਰੀ ਆਉਣੀ ਚਾਹੀਦੀ ਹੈਗੀ ਹੈ, ਕਿਉਂਕਿ ਹਾਲੇ ਕਈ ਕੇਸ ਨੇ ਜਿਹੜੇ 16-17 ਵਾਲੇ ਵੀ ਪੈਂਡਿੰਗ ਹੈਗੇ ਆ। ਇੰਨਾ ਟਾਈਮ ਲੱਗ ਰਿਹਾ ਪੇਰੈਂਟਸ ਦੀ ਐਪਲੀਕੇਸ਼ਨ? ਹਾਂਜੀ, ਕਿਉਂਕਿ ਤਰਨ ਜਿਹੜਾ ਕੋਟਾ ਹੈ ਨਾ ਉਹ ਬਹੁਤ ਲਿਮਿਟਡ ਹੈ। ਕੋਟਾ ਜਿਹੜਾ ਪੇਰੈਂਟਸ ਦਾ ਉਹ ਹੈਗਾ ਕਰੀਬਨ 15 ਤੋਂ 18,000 ਲੋਕ। ਅਰਜ਼ੀਆਂ ਆਪਾਂ 40-40 ਹਜ਼ਾਰ ਲਈ ਜਾ ਰਹੇ ਹਾਂ। ਇੱਕ ਅਰਜ਼ੀ ਦੇ ਵਿੱਚ ਇੱਕ ਬੰਦਾ ਤਾਂ ਹੈ ਨਹੀਂ, ਇੱਕ ਅਰਜ਼ੀ ਦੇ ਵਿੱਚ ਤਾਂ ਮਲਟੀਪਲ ਬੰਦੇ ਹੈ ਜੀ। ਸੋ ਜੇ 40,000 ਅਰਜ਼ੀਆਂ ਲਈਆਂ ਤਾਂ ਟੈਕਨੀਕਲੀ ਆਪਾਂ 80,000 ਬੰਦੇ ਨੂੰ ਇਨਵਾਈਟ ਕੀਤਾ, ਬੰਦੇ ਸੱਦਣੇ ਆਪਾਂ ਨੇ 18,000, ਉਹ ਤੋਂ ਵੱਧਦਾ ਹੀ ਜਾਣਾ ਨਾ ਜੀ, ਉਹ ਤਾਂ ਹਰ ਸਾਲ ਬੈਕਲੌਗ ਵੱਧਦਾ ਜਾਣਾ ਜੀ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਮ, ਅਸੀਂ ਸਰੀ ਤੋਂ ਬੋਲ ਰਹੇ ਹਾਂ ਜੀ। ਕੀ ਸਵਾਲ ਹੈ ਤੁਹਾਡਾ? ਹਾਂਜੀ ਮੈਮ, ਜਿੱਦਾਂ ਮੇਰਾ ਨੈਨੀ ਦਾ ਮਾਰਚ ਦੇ ਵਿੱਚ 2 ਸਾਲ ਹੋ ਜਾਣੇ ਆ, ਕਿ ਮੈਂ ਜਨਵਰੀ ਵਾਲਿਆਂ 'ਚ PR ਲਈ ਅਪਲਾਈ ਕਰ ਸਕਦੀ ਹਾਂ ਜੀ? ਤੇ ਇੱਕ ਮੇਰਾ ਸਵਾਲ ਸੀਗਾ ਜੀ, ਉਹ ਇਹਦਾ ਲਿਮਿਟਡ ਟਾਈਮ ਆ, ਜਿਵੇਂ ਜਨਵਰੀ ਦੇ ਵਿੱਚ ਹੀ ਹੋ ਸਕਦਾ ਕਿ ਅੱਗੇ ਵੀ ਜੇ ਐਪਲੀਕੇਸ਼ਨ ਰੈਡੀ ਕਰਨ ਨੂੰ ਟਾਈਮ ਲੱਗ ਜੇ ਹੋ ਸਕਦਾ? ਤੇ ਇੱਕ ਸੀਗਾ ਜਿੱਦਾਂ ਮੈਮ ਮੇਰੀ ਇੰਗੇਜਮੈਂਟ ਹੋਈ ਆ ਮੇਰੇ ਫਿਆਂਸੀ ਇੰਡੀਆ, ਕੀ ਮੈਂ ਉਹਨਾਂ ਨੂੰ ਸ਼ੋਅ ਕਰ ਸਕਦੀ ਹਾਂ ਇੱਥੇ ਮੰਗਵਾਉਣ ਲਈ ਵੀ ਅਸੀਂ ਇੱਥੇ ਮੈਰਿਜ ਕਰਾਉਣੀ ਹੈ ਕਿ ਨਹੀਂ? ਜੀ ਸਰ, ਕਾਫੀ ਗੁੰਝਲਦਾਰ ਕੁਐਸਚਨ ਹੈ, ਤੁਸੀਂ ਆਨਸਰ ਦੇ ਸਕਦੇ ਜੀ। ਸਭ ਤੋਂ ਪਹਿਲਾਂ ਤਾਂ ਜੀ ਟੀਵੀ ਸਕਰੀਨ ਤੇ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਦੇ ਲਈ ਤੁਹਾਡਾ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਮੈਂ ਸੰਦੀਪ ਬੋਲ ਰਿਹਾ ਜੀ, ਵੈਨਕੂਵਰ ਤੋਂ। ਜੀ ਸੰਦੀਪ ਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੇਰਾ ਸਵਾਲ ਹੈ ਕਿ ਮੇਰੇ ਕੋਲ 2 ਸਾਲ ਦਾ ਕਲੋਜ਼ ਵਰਕ ਪਰਮਿਟ ਹੈ LMI ਬੇਸ, ਤੇ ਮੈਨੂੰ 1 ਸਾਲ ਆਲਰੇਡੀ ਹੋ ਚੁੱਕਾ ਕੰਮ ਕਰਦੇ ਹੋਏ ਐਜ਼ ਅ ਸਟੋਰ ਸੁਪਰਵਾਈਜ਼ਰ ਜੀ। ਤੇ ਹੁਣ ਮੈਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਫਾਈਲ ਲਾ ਰਿਹਾ, ਬਟ ਜਿਹੜਾ ਮੇਰਾ EMPLOYER ਹੈ ਉਹ ਮੈਨੂੰ ਕੋਈ ਐਕਸਪੀਰੀਅੰਸ ਲੈਟਰ ਨਹੀਂ ਦੇ ਰਿਹਾ। ਸੋ ਵਿਦਆਊਟ ਐਕਸਪੀਰੀਅੰਸ ਲੈਟਰ ਕੀ ਮੈਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਫਾਈਲ ਲਾ ਸਕਦਾ? ਮੇਰੇ ਕੋਲ ਸੈਲਰੀ ਸਲਿਪਸ ਹੈਗੀ ਹੈ, ਮੇਰੇ ਕੋਲ ਇਨੀਸ਼ੀਅਲ ਜਿਹੜਾ ਮੈਨੂੰ ਇੰਪਲੋਇਮੈਂਟ ਵਾਸਤੇ ਆਫਰ ਲੈਟਰ ਮਿਲਿਆ ਸੀ ਉਹ ਹੈਗਾ। ਸੋ ਵਿਦਆਊਟ ਦੈਟ ਲੈਟਰ ਆਫ ਐਕਸਪੀਰੀਅੰਸ ਕੀ ਮੇਰੀ ਫਾਈਲ ਬਣ ਸਕਦੀ? ਹਾਂਜੀ, ਕੋਈ ਖਾਸ ਕਾਰਨ ਹੈਗਾ ਤੁਹਾਡਾ EMPLOYER ਤੁਹਾਨੂੰ ਚਿੱਠੀ ਨਹੀਂ ਲਿਖ ਕੇ ਦੇ ਰਿਹਾ ਜੀ? ਸਰ ਦੇ ਸਪੋਰਟ PO ਆਪਣਾ ਕੀ ਕਹਿੰਦੇ ਦੂਜਾ ਕੈਨੇਡੀਅਨ PNP ਸਪੋਰਟ ਕਰਦੇ ਹੋ ताकि उनको एम्प्लॉय लंबे टाइम लिए रह रहे। शायद आप जी मेरा सवाल नहीं समझे, मैं फिर तो दोहरा देना जी। ਜਦੋਂ ਵੀ ਕੋਈ ਕੈਨੇਡਾ ਦੇ ਵਿੱਚੋਂ ਕੋਈ EMPLOYER ਕੰਮ ਕਰਦਾ ਤਾਂ EMPLOYER ਦੀ ਇਹ ਜ਼ਿੰਮੇਵਾਰੀ ਹੈ ਕਿ ਉਹਨੂੰ ਉਹ ਲਿਖ ਕੇ ਦੇਵੇ ਜੇ ਮੰਗੇ EMPLOYEE ਕਿ ਕੀ ਕੰਮ ਕਰ ਰਿਹਾ ਹੈਗਾ, ਕਦੋਂ ਤੋਂ ਕੰਮ ਕਰ ਰਿਹਾ ਹੈ, ਕੀ ਇਹਦੀ ਤਨਖਾਹ ਹੈਗੀ ਹੈ, ਕੀ ਡਿਊਟੀਜ਼ ਰਿਸਪੌਂਸਿਬਿਲਿਟੀਜ਼ ਨੇ। ਇਹ EMPLOYER ਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰੋਵਾਈਡ ਕਰੇ। ਮੇਰਾ ਸਵਾਲ ਆਪ ਜੀ ਨੂੰ ਹੈਗਾ ਕਿ ਜੇ ਉਹ ਤੁਸੀਂ ਉੱਥੇ ਕੰਮ ਕਰਦੇ ਹੋ, ਤੁਸੀਂ ਤਨਖਾਹ ਲੈਂਦੇ ਹੋ, ਤਾਂ ਕੋਈ ਖਾਸ ਕਾਰਨ ਹੈਗਾ ਕਿ ਤੁਹਾਡਾ EMPLOYER ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਨਹੀਂ ਹੈਗਾ? ਜੀ ਬਸ ਇਹੀ ਕਾਰਨ ਹੈ, ਉਹ ਸਿਰਫ ਕਹਿੰਦੇ ਕਿ ਅਸੀਂ ਐਕਸਪ੍ਰੈਸ ਐਂਟਰੀ ਨੂੰ ਸਪੋਰਟ ਨਹੀਂ ਕਰਦੇ, ਅਸੀਂ ਸਿਰਫ PNP ਹੀ ਸਪੋਰਟ ਕਰਦੇ ਸੋ ਦੈਟ EMPLOYEE ਉਹਨਾਂ ਦੇ ਨਾਲ ਲੰਬੇ ਟਾਈਮ ਰਹੇ। ਬਸ ਮਤਲਬ ਕਿ ਜ਼ਿਆਦਾ ਕੋਈ ਤਾਂ ਕਾਰਨ ਨਹੀਂ। ਤੁਸੀਂ EMPLOYMENT ਸਟੈਂਡਰਡਸ ਦੇ ਥੱਲੇ EMPLOYER ਦੀ ਸ਼ਿਕਾਇਤ ਕਰ ਸਕਦੇ ਹੋ ਕਿ ਤੁਹਾਨੂੰ ਉਹ ਤੁਹਾਡਾ ਐਕਸਪੀਰੀਅੰਸ ਨਹੀਂ ਲਿਖ ਕੇ ਦੇ ਰਿਹਾ। ਸੋ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਗੇ, ਉੱਥੇ ਬ੍ਰਿਟਿਸ਼ ਕੋਲੰਬੀਆ EMPLOYMENT ਸਟੈਂਡਰਡਸ ਮਹਿਕਮਾ ਹੈਗਾ ਜੀ, ਤੁਸੀਂ ਉੱਥੇ ਇਹ EMPLOYER ਦੀ ਸ਼ਿਕਾਇਤ ਕਰ ਸਕਦੇ ਹੋ। ਤੇ EMPLOYER ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਤੁਹਾਨੂੰ ਜੋ ਟਾਈਮਲੀ ਮੈਨਰ 'ਚ EMPLOYMENT ਦਾ ਕਾਗਜ਼ ਆ ਉਹ ਪ੍ਰੋਵਾਈਡ ਕਰੇ ਜੀ। ਉਹਨਾਂ ਨੂੰ ਬਿਲਕੁਲ ਕਰਨਾ ਪੈਣਾ ਹੈਗਾ। ਇਹ ਕੋਈ ਮਤਲਬ ਨਹੀਂ ਕਿ ਉਹ ਕਿਹਨੂੰ ਸਪੋਰਟ ਕਰਦੇ ਆ ਕਿਹਨੂੰ ਸਪੋਰਟ ਨਹੀਂ ਕਰਦੇ। ਤੁਸੀਂ ਕੰਮ ਕਰਿਆ, ਤੁਸੀਂ ਉਹ ਤੋਂ ਕਿਹਾ ਕਿ ਮੈਨੂੰ ਲਿਖ ਕੇ ਦੱਸ ਕਿ ਮੈਂ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਕੰਮ ਕਰਿਆ, ਮੇਰੇ ਆਹ ਘੰਟੇ ਨੇ, ਮੇਰੀ ਆਹ ਤਨਖਾਹ ਹੈ, ਡਿਊਟੀਜ਼ ਰਿਸਪੌਂਸਿਬਿਲਿਟੀਜ਼ ਨੇ, ਉਹਦੀ ਜ਼ਿੰਮੇਵਾਰੀ ਹੈ ਉਹ ਤੁਹਾਨੂੰ ਲਿਖ ਕੇ ਦੇਵੇ ਜੀ। ਜੀ ਜੀ ਬਾਕੀ ਦਾ ਆਨਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਸਰ ਇਸ ਤੋਂ ਪਹਿਲਾਂ ਸਰੀ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਨੈਨੀ ਦੇ ਬੇਸ ਦੇ ਉੱਤੇ ਉਹਨਾਂ ਨੇ ਪੁੱਛਿਆ ਸੀ ਕਾਫੀ ਕੁਐਸਚਨਸ। ਜੀ
ਜਿਹੜੇ ਪਹਿਲੋਂ ਐਬਟਫੋਰਡ ਤੋਂ ਕਾਲਰ ਸੀ, ਇਹ ਸਿਮਿਲਰ ਉਸ ਕਾਲਰ ਵਰਗਾ ਹੀ ਸਵਾਲ ਸੀਗਾ। ਸਭ ਤੋਂ ਪਹਿਲਾਂ ਤਾਂ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਕਿ 2750 ਅਰਜ਼ੀਆਂ ਨੇ ਇਹ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੁੰਦਾ ਜੋ ਆਲਰੇਡੀ 2019 ਤੋਂ ਪਹਿਲਾਂ LMIA ਬੇਸਡ ਵਰਕ ਪਰਮਿਟ ਤੇ ਕੰਮ ਕਰਦੇ ਨੇ ਜੀ, ਇਹ ਉਹਨਾਂ ਤੇ ਬਿਲਕੁਲ ਵੀ ਲਾਗੂ ਨਹੀਂ ਹੁੰਦਾ। ਸੋ ਜੇ ਤੁਸੀਂ LMIA ਬੇਸਡ ਵਰਕ ਪਰਮਿਟ ਦੇ ਉੱਤੇ ਕੇਅਰ ਗਿਵਰ ਦਾ ਕੰਮ ਕਰ ਰਹੇ ਹੋ, ਤੁਸੀਂ 2 ਸਾਲ ਦਾ ਆਪਦਾ ਐਕਸਪੀਰੀਅੰਸ ਪੂਰਾ ਕਰ ਲਿਆ, ਤੁਹਾਡੇ ਤੇ ਕੋਈ ਕੋਟਾ ਸਿਸਟਮ ਨਹੀਂ ਹੈ ਜੀ। ਜਿਸ ਦਿਨ ਤੁਸੀਂ ਆਪਦਾ 2 ਸਾਲ ਦਾ ਕੰਮ ਪੂਰਾ ਕਰ ਲਓਗੇ ਉਸ ਦਿਨ ਤੁਸੀਂ ਪੱਕੇ ਤੌਰ ਤੇ ਅਰਜ਼ੀ ਲਾਉਣ ਲਈ ਐਲੀਜੀਬਲ ਹੋ ਜਾਓਗੇ, ਤੁਹਾਡੇ ਤੇ ਕੋਈ ਕੋਟਾ ਨਹੀਂ ਹੈ। ਦੂਜਾ ਸਵਾਲ ਉਹਨਾਂ, ਕਿਉਂਕਿ ਇਹ ਕਨਫਿਊਜ਼ ਹੋ ਰਹੇ ਨੇ ਕਿ ਉਹ 2750 ਅਰਜ਼ੀਆਂ ਕਿਤੇ ਪੱਕੇ ਤੌਰ ਵਾਲੀਆਂ ਨੇ, ਇਹ ਉਹਨਾਂ ਲੋਕਾਂ ਲਈ ਨੇ ਜਿਨ੍ਹਾਂ ਨੂੰ ਹਾਲੇ ਕੰਮ ਦੀ ਇਜਾਜ਼ਤ ਨਹੀਂ ਮਿਲੀ ਤੇ ਉਹ ਕੰਮ ਦੀ ਇਜਾਜ਼ਤ ਲਈ ਅਰਜ਼ੀ ਕਰ ਰਹੇ ਨੇ। ਬਿਲਕੁਲ ਸਹੀ, ਜਿਨ੍ਹਾਂ ਨੇ ਆ ਕੇ ਕੈਨੇਡਾ 'ਚ ਕੰਮ ਕਰਨਾ ਸ਼ੁਰੂ ਕਰਨਾ ਹੈ, ਇਹ ਉਹਨਾਂ ਲਈ ਹੈ। ਜਿਹੜੇ ਆਲਰੇਡੀ ਕੈਨੇਡਾ 'ਚ ਕੰਮ ਕਰ ਰਹੇ ਨੇ ਤੇ ਉਹ ਆਪਦਾ 2 ਸਾਲ ਦਾ ਕੰਮ ਕਰਨ ਤੋਂ ਬਾਅਦ ਪੱਕੇ ਤੌਰ ਤੇ ਅਰਜ਼ੀ ਕਰਦੇ ਨੇ, ਉਹਨਾਂ ਤੇ ਇਹ ਲਾਗੂ ਨਹੀਂ ਹੁੰਦਾ ਹੈਗਾ, ਉਹ ਆਪਣੀ ਪਰਮਨੈਂਟ ਰੈਜ਼ੀਡੈਂਸ ਲਈ ਅਰਜ਼ੀ ਕਰ ਸਕਦੇ ਆ ਜੀ। ਦੂਜਾ ਸਵਾਲ ਸੀ ਇਹਨਾਂ ਦਾ ਕਿ ਉਹਨਾਂ ਦਾ ਫਿਆਂਸੇ ਉਹ ਬੁਲਾ ਸਕਦੇ ਆ ਜੀ। ਟੈਕਨੀਕਲੀ ਬੁਲਾਉਣ ਵਾਲੇ ਦਾ ਕੋਈ ਰੋਲ ਨਹੀਂ, ਆਉਣ ਵਾਲੇ ਦਾ ਰੋਲ ਹੁੰਦਾ ਹੈਗਾ। ਸੋ ਜੇ ਤੁਹਾਡੇ ਫਿਆਂਸੇ ਨੇ ਜਿਹੜੇ ਉਹ ਫਾਈਨੈਂਸ਼ੀਅਲੀ ਏਬਲ ਹੈਗੇ ਨੇ ਜੀ, ਉਹਨਾਂ ਦੇ ਆਪਣੇ ਕੰਟਰੀ ਨਾਲ ਟਾਈਜ਼ ਹੈਗੇ ਨੇ, ਉਹਨਾਂ ਨੂੰ ਬਿਲਕੁਲ ਆਉਣ ਦੀ ਇਜਾਜ਼ਤ ਹੋਊਗੀ। ਪਰ ਟੈਕਨੀਕਲੀ ਹੁਣ ਵਿਜ਼ਿਟਰ ਨਹੀਂ ਆ ਸਕਦੇ ਕਿਉਂਕਿ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ ਨੇ, ਇਸ ਲਈ ਉਹ ਟਰੈਵਲ ਨਹੀਂ ਕਰ ਪਾਉਣਗੇ ਜੀ। ਸੰਦੀਪ ਜੀ ਦਾ ਇੱਕ ਹੋਰ ਸਵਾਲ ਸੀ ਕਿ ਬਿਨਾ ਐਕਸਪੀਰੀਅੰਸ ਤੇ ਕੀ ਉਹਨਾਂ ਕੋਲ ਬਾਕੀ ਸਭ ਕੁਝ ਹੈਗਾ, ਲਗਾ ਸਕਦੇ ਨੇ ਆਪਣੀ ਫਾਈਲ? ਜੇ ਉਹਨਾਂ ਦਾ 1 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਹੈਗਾ ਜੀ, ਤੇ ਜਿਹੜੀਆਂ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਨੇ ਉਹਨਾਂ ਹੀ ਨਹੀਂ ਤੁਹਾਡੇ ਨੌਕ ਨੂੰ, ਜਿਹੜਾ ਨੈਸ਼ਨਲ ਆਕੂਪੇਸ਼ਨ ਕੋਡ, ਉਹਨੂੰ ਡਿਟਰਮਿਨ ਕਰਨਾ। ਸੋ ਜੇ ਤੁਹਾਡੇ ਕੋਲ ਚਿੱਠੀ ਨਹੀਂ ਹੈਗੀ ਹੈ ਕਿ ਤੁਸੀਂ ਕੰਮ ਕੀ ਕਰਦੇ ਹੈ, ਤਾਂ ਫਿਰ ਆਫਿਸਰ ਕਿਵੇਂ ਡਿਟਰਮਿਨ ਕਰ ਸਕਦਾ ਹੈ ਕਿ ਤੁਸੀਂ ਉਹ ਡਿਊਟੀਜ਼ ਰਿਸਪੌਂਸਿਬਿਲਿਟੀਜ਼ ਮੀਟ ਕਰਦੇ ਹੈ ਕਿ ਨਹੀਂ ਕਰਦੇ? ਹਾਂਜੀ, ਤੁਸੀਂ ਕੇਸ ਅਪਲਾਈ ਕਰ ਸਕਦੇ ਹੋ, ਪਰ ਸਵਾਲ ਇਹ ਹੈਗਾ ਕਿ ਤੁਹਾਡੀ ਗੱਲ ਮੰਨੀ ਜਾਊਗੀ ਕਿ ਨਹੀਂ ਮੰਨੀ ਜਾਊਗੀ। ਤੇ ਦੂਜਾ, ਮੈਂ ਜਿਹੜਾ ਉਹਨਾਂ ਦਾ ਨੈਕਸਟ ਹਿੱਸਾ ਸੀ ਉਹਦਾ ਜਵਾਬ ਦਿੱਤਾ ਸੀ ਉਹਨਾਂ ਲਈ ਕਿ ਉਹਨਾਂ ਨੇ ਆਪਦੇ EMPLOYER ਨੂੰ ਐਕਚੁਅਲੀ ਲਿਖਿਤ 'ਚ ਬਹੁਤ ਘੱਟ ਲੋਕ ਕਰਦੇ ਆ, ਉਹਨੇ ਮੰਗਿਆ ਹੋਣਾ ਮੂੰਹ ਜ਼ੁਬਾਨੀ ਤੇ ਉਹਨੇ ਮੂੰਹ ਜ਼ੁਬਾਨੀ ਨਾ ਕਰਤੀ ਹੋਣੀ ਹੈ। ਤੁਸੀਂ ਉਹਨੂੰ ਈਮੇਲ ਲਿਖੋ ਕਿ ਮੈਂ ਫਲਾਣਾ ਕੰਮ ਕਰਦਾ, ਇੰਨੇ ਸਮੇਂ ਤੋਂ ਤੇਰੇ ਨਾਲ ਕੰਮ ਕਰਦਾ ਹੈਗਾ, ਆ ਮੇਰੀ ਤਨਖਾਹ ਹੈ ਤੇ ਮੇਰੀਆਂ ਡਿਊਟੀਜ਼ ਰਿਸਪੌਂਸਿਬਿਲਿਟੀ ਨੇ, ਪਲੀਜ਼ ਇੰਡੋਰਸ ਕਰ ਦੇ, ਤਾਂ ਕਰ ਦੂਗਾ। ਜੇ ਉਹ ਕਹੂਗਾ ਤੂੰ ਇਹ ਕੰਮ ਨਹੀਂ ਕਰਦਾ, ਇਹਦਾ ਮਤਲਬ ਫਿਰ ਉਹ ਇੰਡੋਰਸ ਕਰਨ ਲਈ ਰਾਜ਼ੀ ਨਹੀਂ ਹੈਗਾ, ਤੇ ਫਿਰ ਤੁਸੀਂ ਜਿਹੜਾ EMPLOYMENT ਸਟੈਂਡਰਡਸ ਮਹਿਕਮਾ ਉੱਥੇ ਜਾ ਕੇ ਸ਼ਿਕਾਇਤ ਕਰ ਸਕਦੇ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਰੀ ਤੋਂ ਜੀ। ਮੈਮ ਕੀ ਸਵਾਲ ਹੈ? ਹਾਂਜੀ, ਮੇਰਾ ਨੈਨੀ ਦੀ ਫਾਈਲ ਆਈ ਹੋਈ ਆ। ਇਟਸ ਲਾਈਕ 1 ਸਾਲ ਦੇ ਬੇਸਿਸ ਤੇ ਲਾਈ ਸੀ ਨਿਊ ਪ੍ਰੋਗਰਾਮ ਦੇ ਵਿੱਚ, ਹੋਮ ਚਾਈਲਡ ਕੇਅਰ। ਮੇਰਾ ਹਜੇ ਤੱਕ ਕੁਝ ਆਇਆ ਨਹੀਂ, ਜਿਵੇਂ ਕੋਈ ਫਾਈਲ ਨੰਬਰ ਨਹੀਂ ਆਇਆ, ਕੁਝ ਵੀ ਨਹੀਂ ਆਇਆ। ਮੈਂ ਜੁਲਾਈ 'ਚ ਮੇਰੀ ਸਬਮਿਟ ਹੋਈ ਸੀ ਜੀ। ਐਂਡ ਹਾਂਜੀ, ਹੁਣ ਮੈਨੂੰ ਨੈਕਸਟ ਕੀ ਕਰਨਾ ਚਾਹੀਦਾ? ਮੇਰਾ ਵੀਜ਼ਾ ਐਕਸਪਾਇਰ ਹੋਣ ਵਾਲਾ। ਕਿਹੜਾ ਵੀਜ਼ਾ ਜੀ? ਮੇਰਾ ਨੈਨੀ ਦਾ ਹੀ। ਤੁਸੀਂ LMIA ਬੇਸਡ ਵਰਕ ਪਰਮਿਟ ਤੇ ਆਏ ਸੀ ਕੈਨੇਡਾ? ਹਾਂਜੀ। ਤੇ ਉਸ ਤੋਂ ਬਾਅਦ ਆ ਕੇ ਤੁਸੀਂ 1 ਸਾਲ ਦੇ ਤੇ ਨਹੀਂ ਕਰ ਸਕਦੇ ਸੀ, ਉਹ ਪਾਇਲਟ ਤਾਂ ਅਕਤੂਬਰ 'ਚ ਖਤਮ ਹੋ ਗਿਆ ਸੀਗਾ ਜੀ। ਤੁਸੀਂ ਇਸ ਜੁਲਾਈ 'ਚ ਕੇਸ ਲਾਇਆ? ਹਾਂਜੀ। ਇਸ ਜੁਲਾਈ 'ਚ ਤੁਸੀਂ ਕੇਸ ਹੀ ਨਹੀਂ ਲਾ ਸਕਦੇ ਸੀ, ਤੁਹਾਨੂੰ 2 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਸੀ। ਉਹ ਜਿਹੜਾ ਪਾਇਲਟ ਪ੍ਰੋਜੈਕਟ ਸੀ ਉਹ ਪਿਛਲੀ ਜੂਨ ਤੇ ਅਕਤੂਬਰ ਦੇ ਵਿੱਚੋਂ 2 ਮੌਕੇ ਦਿੱਤੇ ਗਏ ਸੀ ਜਿਹੜੇ ਲੋਕਾਂ ਦਾ ਸਾਲ ਦਾ ਐਕਸਪੀਰੀਅੰਸ ਹੋਵੇ। ਉਸ ਤੋਂ ਬਾਅਦ ਸਾਲ ਦੇ ਐਕਸਪੀਰੀਅੰਸ ਤੇ ਕੇਸ ਨਹੀਂ ਲਾਇਆ ਜਾ ਸਕਦਾ, 2 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈਗਾ ਜੀ। ਸੋ 1 ਸਾਲ ਦਾ ਜਿਹੜਾ ਸੀਗਾ ਉਹ ਸਿਰਫ 2 ਵਾਰੀ ਪਾਇਲਟ ਪ੍ਰੋਜੈਕਟ ਚੱਲਿਆ ਸੀ, ਸਾਲ 2019 ਜੂਨ ਜੁਲਾਈ 'ਚ, ਤੇ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਇੱਕ ਹੋਰ ਮੌਕਾ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਕੋਈ ਵੀ ਮੌਕਾ ਨਹੀਂ ਸੀ ਕਿ ਤੁਸੀਂ 1 ਸਾਲ ਦੇ ਐਕਸਪੀਰੀਅੰਸ ਤੇ ਕਰ ਸਕੋ, ਤੁਹਾਨੂੰ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਤੁਸੀਂ ਕਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਜੀ? ਮੈਂ 2019 ਜਨਵਰੀ 'ਚ। ਹਾਂਜੀ, ਸੋ 2000 ਜਨਵਰੀ 'ਚ ਕੀਤਾ ਸੀਗਾ। ਜਨਵਰੀ 2021 'ਚ ਤੁਹਾਡੇ 2 ਸਾਲ ਹੁੰਦੇ ਨੇ, ਤੁਸੀਂ ਉਦੋਂ ਹੀ ਅਰਜ਼ੀ ਕਰ ਸਕਦੇ ਹੋ। ਤੁਸੀਂ 1 ਸਾਲ ਦੇ ਐਕਸਪੀਰੀਅੰਸ ਤੇ ਅਰਜ਼ੀ ਨਹੀਂ ਕਰ ਸਕਦੇ ਹੈਗੇ। ਸੋ ਆਪ ਜੀ ਦੀ ਅਰਜ਼ੀ ਹੈ ਜਿਹੜੀ ਉਹ ਸਹੀ ਤਰੀਕੇ ਨਾਲ ਨਹੀਂ ਹੋਈ, ਇਸੇ ਕਰਕੇ ਹੀ ਸ਼ਾਇਦ ਉਹ ਤੇ ਕਾਰਵਾਈ ਨਹੀਂ ਹੋ ਰਹੀ ਹੈਗੀ ਹੈ। ਤੇ ਤੁਹਾਡਾ ਪਰਮਿਟ ਕਦੋਂ ਐਕਸਪਾਇਰ ਹੋ ਰਿਹਾ ਜੀ? ਦਸੰਬਰ 2020 'ਚ।
ਹਾਂਜੀ ਹਾਂਜੀ, ਸੋ ਤੁਹਾਡੇ 2 ਸਾਲ ਪੂਰੇ ਨਹੀਂ ਹੋਣੇ ਕਿਉਂਕਿ ਤੁਹਾਡੇ ਕੋਲ ਕੰਮ ਕਰਨ ਦੀ ਇਜਾਜ਼ਤ ਨਹੀਂ ਹੈਗੀ ਹੈ ਜਨਵਰੀ ਤੱਕ। ਸੋ ਤੁਸੀਂ ਆਪਣੇ EMPLOYER ਨੂੰ ਆਖਣਾ ਸੀ ਕਿ ਨਵੀਂ LMI ਕਰਾ ਕੇ ਤੁਹਾਡੇ ਵਰਕ ਪਰਮਿਟ ਨੂੰ ਐਕਸਟੈਂਡ ਕਰਾਉਣ, ਤਾਂ ਹੀ ਤੁਹਾਡਾ 2 ਸਾਲ ਦਾ ਜਿਹੜਾ ਐਕਸਪੀਰੀਅੰਸ ਆ ਪੂਰਾ ਹੋ ਸਕੂਗਾ। ਜੇ LMI ਨਾ ਹੋਇਆ ਤੇ ਫਿਰ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਨਹੀਂ ਹੋਣਾ ਕਿਉਂਕਿ ਤੁਹਾਡਾ ਪਰਮਿਟ ਦਸੰਬਰ 'ਚ ਖਤਮ ਹੋ ਰਿਹਾ ਤੇ ਤੁਹਾਡਾ 2 ਸਾਲ ਜਨਵਰੀ 'ਚ ਹੋ ਰਹੇ ਨੇ। ਮੈਂ ਤੁਹਾਨੂੰ ਇਹ ਰਿਕੁਐਸਟ ਕਰੂੰਗਾ ਜੀ, ਸਕਰੀਨ ਤੇ ਨੰਬਰ ਆ ਰਹੇ ਨੇ, ਸਾਡੇ ਆਫਿਸ ਨੂੰ ਤੁਸੀਂ ਕਾਲ ਕਰ ਸਕਦੇ ਹੋ, ਉਹ ਮੇਰੇ ਨਾਲ ਤੁਹਾਡੀ ਅਪਾਇੰਟਮੈਂਟ ਬਣਾ ਦੇਣਗੇ, ਉਸ ਤੋਂ ਬਾਅਦ ਤੁਹਾਡੇ ਨਾਲ ਡਿਟੇਲ ਡਿਸਕਸ਼ਨ ਕੀਤਾ ਜਾ ਸਕਦਾ ਹੈਗਾ ਜੀ। ਸ਼ੁਕਰੀਆ ਜੀ ਕਾਲ ਕਰਨ ਲਈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਸੀ, ਮੈਂ ਕੁਐਸਚਨ ਕਰਨਾ ਚਾਹੁੰਦੀ ਜੀ ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਮੈਂ ਬੈਂਕਨ ਤੋਂ। ਜੀ ਦੱਸੋ ਕੀ ਸਵਾਲ ਹੈ? ਹਾਂਜੀ ਮੇਰਾ ਕੁਐਸਚਨ ਇਹਨਾਂ ਨੂੰ ਖੈਰ ਜੀ ਨੂੰ ਇਹ ਆ ਕਿ ਜਿਹੜਾ ਨੈਨੀ ਦਾ ਪ੍ਰੋਗਰਾਮ ਸਟਾਰਟ ਹੋਇਆ ਸੀ ਫਸਟ ਟਾਈਮ, ਅਜੇ ਤੱਕ ਉਹਨਾਂ ਦੀ ਐਕਨੋਲਜਮੈਂਟ ਨਹੀਂ ਆਈਆਂ। ਜਦੋਂ ਉਹਨਾਂ ਦੀ ਐਕਨੋਲਜਮੈਂਟ ਅਪਰੂਵ ਮੰਨ ਲਓ ਕਿ ਆਉਂਦੀ ਆ ਤਾਂ ਉਸ ਤੋਂ ਬਾਅਦ ਉਹ ਕਿੰਨਾ ਟਾਈਮ ਹਜੇ ਚੱਲੂਗਾ, ਤਾਂ ਕਦੋਂ ਉਹਦਾ ਰਿਜ਼ਲਟ ਮਿਲੂਗਾ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਹੈਲੋ, ਮਾਫੀ ਚਾਹਾਂਗੇ ਜੀ, ਨੰਬਰ ਉਹਨਾਂ ਦਾ ਡਿਸਕਨੈਕਟ ਹੋ ਗਿਆ ਜੀ ਸਰ। ਇਹ ਪ੍ਰੋਗਰਾਮ ਜੂਨ 2019 ਚ ਸ਼ੁਰੂ ਹੋਇਆ ਸੀ। ਬਿਲਕੁਲ ਇਹ ਕਲਾਇੰਟ ਦਾ ਐਪਰੀਹੈਂਸ਼ਨ ਸਹੀ ਹੈਗਾ ਕਿ ਲੋਕਾਂ ਨੂੰ ਫਾਈਲ ਨੰਬਰ ਨਹੀਂ ਮਿਲੇ, ਪਰ ਮੈਂ ਆਪ ਜੀ ਨੂੰ ਮੈਨੂੰ ਦੱਸ ਦੇਣ ਖੁਸ਼ੀ ਹੋ ਰਹੀ ਹੈ ਕਿਉਂਕਿ ਹੁਣ ਉਹਨਾਂ ਨੇ ਉਹ ਫਾਈਲਸ ਨੂੰ ਸਾਰੀਆਂ ਨੂੰ ਚੱਕ ਲਿਆ, ਤਾਂ ਹੀ ਉਹਨਾਂ ਨੇ ਐਸਟੈਬਲਿਸ਼ ਕੀਤਾ ਕਿ ਕੋਟਾ ਭਰ ਗਿਆ ਹੋਇਆ। ਤੇ ਸੈਪਟੈਂਬਰ ਤੋਂ ਹੁਣ ਤੱਕ ਜਿਹੜੇ ਹਿਸਾਬ ਨਾਲ ਤੁਸੀਂ ਕੇਸ ਅਪਲਾਈ ਕਰੇ ਨੇ ਉਸ ਹਿਸਾਬ ਨਾਲ ਫਾਈਲ ਨੰਬਰ ਆਉਣੇ ਸ਼ੁਰੂ ਹੋ ਗਏ ਨੇ। ਸੋ ਜਿਹੜਾ ਮੈਂ ਕਹੂੰਗਾ ਕਿ ਜਨਵਰੀ ਦੇ ਵੀ ਨੇੜੇ ਤੇੜੇ ਕੇਸਿਸ ਲਾਏ ਨੇ ਉਹਨਾਂ ਦੇ ਵੀ ਫਾਈਲ ਨੰਬਰ ਆਉਣੇ ਸ਼ੁਰੂ ਹੋ ਗਏ ਨੇ। ਸੋ ਜੇ ਤੁਹਾਡਾ ਜਨਵਰੀ ਤੋਂ ਬਾਅਦ ਦਾ ਤਾਂ ਕੁਝ ਦਿਨ ਇੰਤਜ਼ਾਰ ਕਰ ਲਓ ਤਾਂ ਫਾਈਲ ਨੰਬਰ ਆ ਜਾਊਗਾ, ਪਰ ਜੇ ਜਨਵਰੀ ਤੋਂ ਪਹਿਲਾਂ ਹੈਗਾ ਜੀ ਤਾਂ ਸਾਡਾ ਆਫਿਸ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਫਿਰ ਇਹ ਦੇਖਣਾ ਜ਼ਰੂਰੀ ਹੈ ਕਿ ਤੁਹਾਨੂੰ ਹਾਲ ਤੱਕ ਫਾਈਲ ਨੰਬਰ ਕਿਉਂ ਨਹੀਂ ਆਇਆ। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਐਪ ਤੋਂ ਬੋਲਦੇ ਸੀਗੇ ਜੀ ਸਰ, ਕੀ ਸਵਾਲ ਹੈ? ਐਪ ਸਪੋਰਟ ਤੋਂ। ਹਾਂਜੀ ਮੈਂ ਪੁੱਛਣਾ ਸੀਗਾ ਵੀ ਕੋਈ ਏਦਾਂ ਪ੍ਰੋਗਰਾਮ ਹੈਗਾ ਜੀ ਜਿਵੇਂ ਵੀ ਇੰਡੀਆ ਤੋਂ ਸੱਦਣਾ ਹੋਵੇ ਮੈਂ ਆਪਦੇ ਦਾਦੀ ਜੀ ਨੂੰ, ਵੀ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਸੀਗੀ ਤੇ ਵੀ ਉਹ ਇਕੱਲੇ ਰਹਿੰਦੇ ਸੀਗੇ ਜੀ ਉੱਥੇ ਇੰਡੀਆ, ਦਾਦੀ ਜੀ ਵੀ ਜਾਂ ਮੈਂ ਜਾਂ ਮੇਰੇ ਡੈਡੀ ਨੇ ਉਹਨਾਂ ਨੂੰ ਸੱਦਣਾ ਹੋਵੇ, ਡੈਡੀ ਵੀ ਇੱਥੇ ਪੀਆਰ ਸੀ, ਮੈਂ ਵੀ ਪੀਆਰ ਹੀ ਹਾਂ। ਜੀ ਬਿਲਕੁਲ, ਤੁਸੀਂ ਉਹਨਾਂ ਨੂੰ ਹਾਂਜੀ ਬਿਲਕੁਲ ਤੁਸੀਂ ਉਹਨਾਂ ਨੂੰ ਸੁਪਰ ਵੀਜ਼ੇ ਤੇ ਅਪਲਾਈ ਕਰ ਸਕਦੇ ਹੈਗੇ ਹੋ ਤੇ ਉਹ ਆ ਕੇ ਤੁਹਾਡੇ ਕੋਲ ਰਹਿ ਸਕਦੇ ਆ ਜੀ ਇੱਥੇ। ਜੀ ਸ਼ੁਕਰੀਆ ਜੀ ਕਾਲ ਕਰਨ ਲਈ। ਪਰ ਜਿੱਦਾਂ ਉਹਨਾਂ ਦਾ ਵੀ ਫਿਰ ਸੁਪਰ ਵੀਜ਼ੇ ਤੇ ਮੈਡੀਕਲ ਨਹੀਂ ਕਵਰ ਹੋਣਾ, ਵੀ ਉਹ ਜ਼ਿਆਦਾ ਜਿੱਦਾਂ ਬਜ਼ੁਰਗ ਸੀਗੇ ਵੀ ਕਈ ਵਾਰੀ ਚੈੱਕ ਸੁੱਕ ਹੋ ਜਾਂਦੇ ਆ। ਨਹੀਂ ਜੀ ਪੀਆਰ ਨਹੀਂ ਆ ਸਕਦੇ। ਹਾਂਜੀ ਪੀਆਰ ਲਈ ਅਰਜ਼ੀ ਕਰਨੀ ਪੈ ਸਕਦੀ ਹੈ, ਬਿਲਕੁਲ ਉਹਨਾਂ ਦਾ ਇੰਸ਼ੋਰੈਂਸ ਕਵਰ ਹੋਊਗਾ ਜੀ। ਹਾਂਜੀ ਤੁਹਾਨੂੰ ਪ੍ਰੀਮੀਅਮ ਜ਼ਿਆਦਾ ਦੇਣਾ ਪੈ ਸਕਦਾ ਪਰ ਬਿਲਕੁਲ ਕਵਰੇਜ ਹੋਊਗੀ ਜੀ ਉਹਨਾਂ ਦੀ। ਜੀ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਐਡਮਿੰਟਨ ਤੋਂ ਬੋਲਦਾ ਜੀ। ਜੀ ਸਰ, ਕੀ ਸਵਾਲ ਹੈ? ਸਵਾਲ ਇਹ ਆ ਵੀ ਆਪਾਂ ਦਾ ਜੇ ਕੇਸ ਉੱਥੋਂ ਰਿਫਿਊਜ਼ ਹੋ ਜਾਂਦਾ ਕੈਨੇਡੀਅਨ ਐਮਬੈਸੀ ਤੋਂ ਤੇ ਉਹਨੂੰ ਆਪਾਂ ਡਿਸੀਜਨ ਨੂੰ ਚੈਲੰਜ ਕਰ ਸਕਦੇ ਹਾਂ ਜਾਂ ਅਪੀਲ ਕਰ ਸਕਦੇ ਹਾਂ, ਉਹਦਾ ਕੀ ਪ੍ਰੋਸੈਸ ਹੈ, ਕੀ ਹੋ ਸਕਦਾ ਉਹਦਾ? ਹਾਂਜੀ ਉਹ ਕਿਹੜਾ ਕੇਸ ਹੈਗਾ? ਕੇਅਰ ਗਿਵਰ ਦਾ ਕੇਸ ਜੀ, ਨੈਨੀ ਦਾ। ਹਾਂਜੀ ਬਿਲਕੁਲ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਬਿਲਕੁਲ ਜੀ, ਕੋਈ ਵੀ ਡਿਸੀਜਨ ਹੈਗਾ ਉਹ ਜੁਡੀਸ਼ੀਅਲ ਰਿਵਿਊ ਦਾ ਹੋ ਸਕਦਾ। ਓਕੇ, ਇਮੀਗ੍ਰੇਸ਼ਨ ਲਾਅ ਹੈਗਾ ਤੇ ਜਿਹੜਾ ਇਮੀਗ੍ਰੇਸ਼ਨ ਆਫਿਸਰ ਹੈ ਉਹ ਇੱਕ ਲਾਅ ਇਨਫੋਰਸਮੈਂਟ ਆਫਿਸਰ ਹੈ ਤੇ ਜਿਹੜਾ ਲਾਅ ਇਨਫੋਰਸਮੈਂਟ ਆਫਿਸਰ ਹੈਗਾ ਉਹਦਾ ਕੋਈ ਵੀ ਡਿਸੀਜਨ ਹੈ ਉਹ ਰਿਵਿਊਏਬਲ ਹੈ। ਉਹ ਮਤਲਬ ਉਹਦੀ ਜੱਜ ਕੋਲੇ ਇਜਾਜ਼ਤ ਹੈ, ਉਹਦੀ ਘੋਖ ਪੜਤਾਲ ਉਹ ਕਰ ਸਕਦਾ। ਸਿਮਿਲਰ ਐਗਜ਼ਾਮਪਲ ਜਿਵੇਂ ਮੈਂ ਆਪ ਜੀ ਨੂੰ ਦੇਣਾ ਚਾਹਾਂ, ਤੁਸੀਂ ਪੁਲਿਸਮੈਨ ਤੁਹਾਨੂੰ ਟਿਕਟ ਦੇ ਦਿੰਦਾ, ਟ੍ਰੈਫਿਕ ਟਿਕਟ ਦੇ ਦਿੰਦਾ, ਤੁਸੀਂ ਕੋਰਟ 'ਚ ਜਾ ਕੇ ਉਹਨੂੰ ਅਪੀਲ ਕਰਦੇ ਹੋ। ਉਵੇਂ ਜਿਵੇਂ ਇੱਕ ਇਮੀਗ੍ਰੇਸ਼ਨ ਆਫਿਸਰ ਜਿਹੜਾ ਤੁਹਾਨੂੰ ਫੈਸਲਾ ਦਿੰਦਾ ਉਹ ਟਿਕਟ ਹੈ, ਤੁਸੀਂ ਉਹਨੂੰ ਵੀ ਚੈਲੰਜ ਕਰ ਸਕਦੇ ਹੋ। ਪਰ ਉਹ ਵੱਖਰੀ ਵੱਖਰੀ ਕੈਟਾਗਰੀਜ਼ ਦੇ ਵਿੱਚੋਂ ਵੱਖਰੇ ਵੱਖਰੇ ਸਮੇਂ ਨੇ ਤੇ ਵੱਖਰੇ ਵੱਖਰੇ ਕੋਰਟ ਨੇ ਜਿਨ੍ਹਾਂ 'ਚ ਕੀਤਾ ਜਾ ਸਕਦਾ। ਹੁਣ ਜਿਵੇਂ ਕੇਅਰ ਗਿਵਰ ਦੀ ਗੱਲ ਕਰੀਏ ਤਾਂ ਕੇਅਰ ਗਿਵਰ ਦੇ ਵਿੱਚੋਂ ਆਪਾਂ 60 ਦਿਨਾਂ ਦੇ ਵਿੱਚ ਫੈਡਰਲ ਕੋਰਟ ਆਫ ਕੈਨੇਡਾ 'ਚ ਉਹਦੀ ਅਪੀਲ ਕਰ ਸਕਦੇ ਹੈਗੇ ਆ। ਪਰ ਅਪੀਲ ਕਰਨ ਵੇਲੇ ਜਿਹੜਾ ਜੱਜ ਹੈਗਾ ਉਹ ਨਵਾਂ ਐਵੀਡੈਂਸ ਨਹੀਂ ਦੇਖੂਗਾ, ਉਹ ਐਵੀਡੈਂਸ ਦੇਖੂਗਾ ਕਿ ਜੋ ਆਫਿਸਰ ਦੇ ਸਾਹਮਣੇ ਐਵੀਡੈਂਸ ਸੀ ਉਹਨੇ ਉੱਤੇ ਸਹੀ ਫੈਸਲਾ ਕੀਤਾ ਕਿ ਨਹੀਂ ਕੀਤਾ। ਸੋ ਜੇ ਆਪਾਂ ਸਹੀ ਸਬੂਤ ਦਿੱਤੇ ਹੈਗੇ ਨੇ ਤੇ ਆਪਾਂ ਨੂੰ ਆਫਿਸਰ ਦਾ ਡਿਸੀਜਨ ਪਸੰਦ ਨਹੀਂ ਤਾਂ ਬਿਲਕੁਲ ਆਪਾਂ ਉਹਨੂੰ 60 ਦਿਨਾਂ ਦੇ ਵਿੱਚ ਅਪੀਲ ਕਰ ਸਕਦੇ ਹਾਂ। ਜੇ ਪੈਰੈਂਟਸ ਦਾ ਕੇਸ ਹੈਗਾ, ਹਸਬੈਂਡ ਵਾਈਫ ਦਾ ਕੇਸ ਹੈ, ਬੱਚਿਆਂ ਦਾ ਕੇਸ ਹੈ,
ਤਾਂ ਉਹਨੂੰ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚੋਂ ਚੈਲੰਜ ਕੀਤਾ ਜਾ ਸਕਦਾ। ਉਹ 30 ਦਿਨਾਂ ਦੇ ਵਿੱਚ ਕਰ ਸਕਦੇ ਆ, ਪਰ ਉਹਦੇ ਉੱਤੇ ਜੱਜ ਕੋਲੇ ਇਜਾਜ਼ਤ ਹੈ ਕਿ ਨਵੇਂ ਸਬੂਤ ਵੀ ਦੇਖ ਸਕਦਾ ਹੈਗਾ। ਸੋ ਉਹਨਾਂ ਹੀਅਰਿੰਗਸ ਨੂੰ ਡੀ ਨੋਵੋ ਆਖਿਆ ਜਾਂਦਾ ਹੈ। ਡੀ ਨੋਵੋ ਦਾ ਮਤਲਬ ਕਿ ਅੱਜ ਫੈਸਲਾ ਕਰਨ ਵਾਲੇ ਦੇ ਸਾਹਮਣੇ ਕੀ ਹੈ ਉਹ ਉਹਦੇ ਤੇ ਵੀ ਫੈਸਲਾ ਕਰ ਸਕਦਾ। ਪਰ ਜਿਹੜੀਆਂ ਟੈਂਪਰੇਰੀ ਰੈਜ਼ੀਡੈਂਸ ਦੀਆਂ ਕੇਸਿਸ ਨੇ, ਚਾਹੇ ਉਹ ਵਰਕ ਪਰਮਿਟ ਹੋਣ, ਸਟੂਡੈਂਟ ਪਰਮਿਟ ਹੋਣ, ਵਿਜ਼ਿਟਰ ਹੋਣ, ਉਹ ਡੀ ਨੋਵੋ ਨਹੀਂ ਹੈਗੀਆਂ। ਉਹਨਾਂ ਦੇ ਉੱਤੇ ਜੋ ਸਬੂਤ ਫੈਸਲਾ ਕਰਨ ਵਾਲੇ ਦਿਨ ਸੀ ਉਹ ਉਹਨਾਂ ਤੇ ਹੀ ਵਿਚਾਰ ਖੋਜ ਕੀਤੀ ਜਾ ਸਕਦੀ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਐਡਮਿੰਟਨ ਤੋਂ ਬੋਲ ਰਹੇ ਜੀ ਸਰ, ਕੀ ਸਵਾਲ ਹੈ? ਮੈਂ ਪੁੱਛਣਾ ਕਿ ਮੈਰਿਜ ਬੇਸ ਤੇ ਸਪਾਊਸ ਕੇਸ ਦਾ ਪ੍ਰੋਸੈਸ ਕਿੱਥੇ ਚੱਲ ਰਿਹਾ ਜੀ, ਜਿਹੜੇ ਮੈਰਿਜ ਕਰਕੇ ਆਏ ਜਨਵਰੀ ਚ, ਫਰਵਰੀ ਚ? ਜੀ ਹਾਂਜੀ, ਇਹ ਤਾਂ ਨਹੀਂ ਮੈਟਰ ਕਰੂਗਾ ਕਿ ਕਿਹੜੇ ਮਹੀਨੇ ਚੱਲ ਰਿਹਾ ਜੀ? ਹਾਂਜੀ, ਉਹਨਾਂ ਨੇ ਇਹ ਤਾਂ ਨਹੀਂ ਮੈਟਰ, ਹਾਂਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਇਹ ਤਾਂ ਨਹੀਂ ਮੈਟਰ ਕਰੂਗਾ ਤਰਨ ਕਿ ਉਹ ਵਿਆਹ ਕਦੋਂ ਕਰਕੇ ਆਏ ਨੇ ਤੇ ਕੇਸ ਕਿੱਥੇ ਚੱਲ ਰਿਹਾ। ਮੈਟਰ ਇਹ ਕਰੂਗਾ ਉਹਨਾਂ ਨੇ ਅਪਲਾਈ ਕਦੋਂ ਕੀਤਾ ਹੈਗਾ। ਸੋ ਜਿਹੜੇ ਇੰਡੀਵਿਜੂਅਲਸ ਨੇ ਅਪਲਾਈ ਕੀਤਾ ਸੀ ਜਨਵਰੀ ਫੈਬਰਰੀ ਦੇ ਵਿੱਚੋਂ, ਉਹਨਾਂ ਦੇ ਹੁਣ ਫਾਈਲ ਨੰਬਰਸ ਆਉਣੇ ਸ਼ੁਰੂ ਹੋ ਗਏ ਨੇ ਜੀ, ਕਿਉਂਕਿ ਸਰਕਾਰ ਨੇ ਐਕਸਟਰਾ ਜਿਹੜੇ ਆਫਿਸਰਸ ਕੀਤੇ ਨੇ, ਉਹਨਾਂ ਦੇ ਉੱਤੇ 60% ਜਿਹੜੀ ਵਰਕਫੋਰਸ ਹੋਰ ਵਧਾਈ ਹੈਗੀ ਹੈ। ਤੇ ਉਹਨਾਂ ਨੇ ਆਖਿਆ ਕਿ ਵੀ ਹੈ ਕਿ 49 ਜਿਹੜੇ 1000 ਕੇਸਿਸ ਨੇ ਉਹਦਾ ਤੇ ਫੈਸਲਾ ਕਰ ਦੇਣਗੇ ਜੀ। ਪਰ ਜਿਹੜੇ ਲੋਕਾਂ ਦੇ ਫਾਈਲ ਨੰਬਰ ਆਏ ਨੇ ਉਹਦਾ ਮਤਲਬ ਇਹ ਨਹੀਂ ਕਿ ਕੇਸ ਤੇ ਫੈਸਲਾ ਹੋ ਗਿਆ, ਕੇਸ ਹੁਣ ਸ਼ੁਰੂ ਹੋਇਆ। ਸੋ 9 ਮਹੀਨੇ ਬਾਅਦ ਕੇਸ ਸ਼ੁਰੂ ਹੋਇਆ। ਉਸ ਤੋਂ ਬਾਅਦ ਉਹਨਾਂ ਦੀ ਸਪਾਂਸਰਸ਼ਿਪ ਤੇ ਫੈਸਲਾ ਹੋਣਾ। ਸਪਾਂਸਰਸ਼ਿਪ ਤੇ ਫੈਸਲਾ ਹੋਣ ਤੋਂ ਬਾਅਦ ਫਿਰ ਉਹ ਜਿਹੜਾ ਕੇਸ ਹੈ ਉਹ ਨਵੀਂ ਦਿੱਲੀ, ਇਸਲਾਮਾਬਾਦ ਜਾਂ ਉਹ ਲੰਡਨ, ਜਿੱਥੇ ਵੀ ਉਹਨਾਂ ਦਾ ਪੋਸਟ ਹੈ ਉੱਥੇ ਚਲਿਆ ਜਾਊਗਾ। ਫਿਰ ਉਸ ਤੋਂ ਬਾਅਦ ਉਹ ਪੋਸਟ ਨੇ ਫੈਸਲਾ ਕਰਨਾ ਹੈ, ਕਿਉਂਕਿ ਇਹ 2 ਹਿੱਸਿਆਂ ਦਾ ਕੇਸ ਹੁੰਦਾ ਹੈ, ਸਪਾਂਸਰਸ਼ਿਪ ਤੇ ਐਪਲੀਕੇਸ਼ਨ ਫॉर ਪਰਮਨੈਂਟ ਰੈਜ਼ੀਡੈਂਸ। ਜਿੰਨਾ ਚਿਰ ਸਪਾਂਸਰਸ਼ਿਪ ਤੇ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਪਰਮਨੈਂਟ ਰੈਜ਼ੀਡੈਂਸ ਅੱਗੇ ਅਰਜ਼ੀ ਸ਼ੁਰੂ ਨਹੀਂ ਹੁੰਦੀ। ਸੋ ਇਹ ਮੰਨ ਕੇ ਚੱਲਿਆ ਜਾਵੇ ਕਿ ਕਰੰਟ ਸਿਚੁਏਸ਼ਨ 'ਚ ਕਰੀਬਨ 2 ਸਾਲ ਦਾ ਸਮਾਂ ਜਿਹੜਾ ਲੱਗ ਰਿਹਾ ਜੀ। ਜੀ ਬਿਲਕੁਲ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਿਹੜਾ ਆਪਾਂ ਅੱਜ ਗੱਲ ਕਰ ਰਹੇ ਸੀਗੇ ਕਿ ਕੇਅਰ ਗਿਵਰ ਪ੍ਰੋਗਰਾਮ ਦੀ, ਇਹਦੇ ਵਿੱਚ ਕੀ ਫੈਡਰਲ ਲੈਵਲ ਦੇ ਉੱਤੇ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਵੀ ਅਪਲਾਈ ਕਰ ਸਕਦੇ ਨੇ? ਬਿਲਕੁਲ ਤਰਨ ਕਰ ਸਕਦੇ ਨੇ। ਇਹ ਵੀ ਇੱਕ ਖਾਸੀਅਤ ਹੈ ਪ੍ਰੋਗਰਾਮ ਦੀ, ਕਿਉਂਕਿ ਪਹਿਲਾਂ ਕੇਅਰ ਗਿਵਰ, ਜੇ ਤੁਸੀਂ ਬਾਹਰੋਂ ਕੇਅਰ ਗਿਵਰ ਦੇ ਤੌਰ ਤੇ ਆਉਂਦੇ ਸੀ ਤੁਸੀਂ ਤਾਂ ਹੀ ਐਲੀਜੀਬਲ ਹੁੰਦੇ ਸੀ, ਪਰ ਹੁਣ ਤੁਸੀਂ ਕਿਤੇ ਵੀ ਹੈਗੇ ਹੋ ਇਹ ਅਰਜ਼ੀ ਕਰ ਸਕਦੇ ਹੋ, ਪ੍ਰੋਵਾਈਡਡ ਤੁਸੀਂ ਰਿਕੁਆਇਰਮੈਂਟ ਹੈ ਜਿਹੜੀ ਉਹ ਮੀਟ ਕਰਦੇ ਹੈਗੇ ਹੋ। ਤੇ ਦੂਜਾ, ਤੁਹਾਨੂੰ ਮਨਜ਼ੂਰੀ ਵਰਕ ਪਰਮਿਟ ਦੀ ਤਾਂ ਹੀ ਮਿਲਣੀ ਹੈ ਜੇ ਤੁਸੀਂ ਪਰਮਨੈਂਟ ਰੈਜ਼ੀਡੈਂਸ ਲਈ ਕੁਆਲੀਫਾਈ ਕਰਦੇ ਹੋ, ਕਿਉਂਕਿ ਪੀਆਰ ਦੀ ਅਰਜ਼ੀ ਤੁਹਾਡੇ ਵਰਕ ਪਰਮਿਟ ਦੀ ਅਰਜ਼ੀ ਦੇ ਨਾਲ ਹੀ ਲੱਗਣੀ ਹੈਗੀ ਹੈ। ਸੋ ਇਹਨੂੰ ਪਿਛਲੇ ਪ੍ਰੋਗਰਾਮ ਨਾਲ ਬਿਲਕੁਲ ਨਾ ਕਨਫਿਊਜ਼ ਕੀਤਾ ਜਾਵੇ। ਬਿਲਕੁਲ। ਇੱਕ ਲਾਸਟ ਅਸੀਂ ਕਾਲ ਲੈ ਰਹੇ ਹਾਂ ਇਸ ਵਕਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਡਮ ਅਸੀਂ ਐਡਮਿੰਟਨ ਤੋਂ ਬੋਲਦੇ ਹਾਂ ਜੀ। ਜੀ ਸਰ, ਕੀ ਸਵਾਲ ਹੈ? ਮੈਡਮ ਸਾਡੇ ਨਾ, ਅਸੀਂ ਵੇਟਰ ਵੀਜ਼ੇ ਤੇ ਆਏ ਹੋਏ ਸੀਗੇ ਬੇਟੇ ਕੋਲੇ ਜੀ। ਆਪਣੇ ਬੇਟੇ ਕੋਲੇ ਵੇਟਰ ਵੀਜ਼ੇ ਤੇ ਆਏ ਸੀ ਜੀ। ਜੀ ਸਰ, ਦੱਸੋ ਅੱਗੇ। ਤੇ ਸਰ ਉਹ ਸਾਡਾ ਜਿਹੜਾ ਟਾਈਮ ਸੀਗਾ ਉਹ ਸਾਡਾ 8ਵੇਂ ਮਹੀਨੇ ਦੇ ਵਿੱਚ ਪੂਰਾ ਹੋ ਗਿਆ ਸੀ ਜੀ। ਤੇ ਉਸ ਤੋਂ ਬਾਅਦ ਮੇਰੇ ਬੇਟੇ ਦੇ ਬੇਟਾ ਹੋਣ ਵਾਲਾ ਸੀ, 8ਵੇਂ ਮਹੀਨੇ ਦੇ ਵਿੱਚ ਬੇਟਾ ਹੋ ਗਿਆ ਜੀ ਉਹਨਾਂ ਦੇ। ਤੇ ਅਸੀਂ ਐਪਲੀਕੇਸ਼ਨ ਦੇਤੀ ਸੀ, ਨਾਲ ਮੈਡੀਕਲ ਕਰਾ ਕੇ ਦੇਤਾ ਸੀ। ਅਸੀਂ ਕੀ ਉਹਨਾਂ ਦਾ ਇੰਤਜ਼ਾਰ ਕਰ ਸਕਦੇ ਹਾਂ ਮੈਡਮ, ਜਾਂ ਕਿ ਸਾਨੂੰ ਪਹਿਲਾਂ ਜਾਣਾ ਪਊਗਾ ਜੀ ਇੰਡੀਆ? ਜੀ ਟੀਵੀ ਸਕਰੀਨ ਤੇ ਆਨਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ ਜੀ ਸਰ। ਸੋ ਜਿੰਨਾ ਚਿਰ ਤੁਸੀਂ ਉਹ ਅਰਜ਼ੀ ਤੇ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਆਪ ਜੀ ਨੂੰ ਕੈਨੇਡਾ ਦੇ ਵਿੱਚ ਕਾਨੂੰਨੀ ਤੌਰ ਤੇ ਰਹਿਣ ਦੀ ਇਜਾਜ਼ਤ ਹੈ, ਉਹਨੂੰ ਇੰਪਲਾਈਡ ਸਟੇਟਸ ਕਹਿੰਦੇ ਨੇ। ਉਹਦਾ ਮਤਲਬ ਹੈ ਕਿ ਜੋ ਸਟੇਟਸ ਕੋ ਹੈ, ਜਦੋਂ ਅਰਜ਼ੀ ਲਾਉਣ ਤੋਂ ਪਹਿਲਾਂ ਜੋ ਤੁਹਾਡਾ ਸਟੇਟਸ ਸੀ ਉਹ ਉਦੋਂ ਤੱਕ ਬਰਕਰਾਰ ਰਹੂਗਾ ਜਦੋਂ ਤੱਕ ਅਰਜ਼ੀ ਤੇ ਫੈਸਲਾ ਨਹੀਂ ਹੋ ਜਾਂਦਾ। ਸੋ ਉਹਨਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੈਗੀ। ਜੇ ਉਹਨਾਂ ਨੇ ਆਲਰੇਡੀ ਅਰਜ਼ੀ ਫਾਈਲ ਕੀਤੀ ਹੋਈ ਹੈ ਤਾਂ ਉਹ ਬਹਿ ਕੇ ਇੰਤਜ਼ਾਰ ਕਰ ਸਕਦੇ ਆ ਜੀ। ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਅੱਜ ਟੌਪਿਕ ਦੇ ਉੱਤੇ ਵੀ ਕੁਝ ਡਿਸਕਸ਼ਨ ਹੋ ਸਕੀ, ਕੁਝ ਰਹਿ ਗਈ, ਬਟ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਜਿਵੇਂ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਜੀ ਕਿ ਜਿਹੜੀ ਇਮੀਗ੍ਰੇਸ਼ਨ ਹੈ ਉਹ ਸਰਵਿਸ ਨਹੀਂ ਹੈਗੀ। ਸੋ ਬਹੁਤ ਸਾਰੇ ਲੋਕਾਂ ਦੇ ਸਵਾਲ ਆਉਂਦੇ ਨੇ ਕਿ ਕਿੰਨਾ ਟਾਈਮ ਲੱਗੂਗਾ। ਇਹਦਾ ਇਹ ਸਭ ਤੋਂ ਆਮ ਸਵਾਲ ਹੈ ਤੇ ਇਹਦਾ ਸਭ ਤੋਂ ਔਖਾ ਜਵਾਬ ਹੈਗਾ, ਕਿਉਂਕਿ ਜਵਾਬ ਟੈਕਨੀਕਲੀ ਕੋਈ ਹੈ ਨਹੀਂ। ਜਿਹੜਾ ਇੱਕ ਐਪਲੀਕੈਂਟ ਹੈ ਉਹਦਾ ਮੈਂਡੇਟ ਹੈ ਕਿ ਉਹਨੇ ਇਹ ਪ੍ਰੂਵ ਕਰਨਾ ਹੈ ਕਿ ਉਹਨੇ ਕਾਨੂੰਨ ਦੀ ਰਿਕੁਆਇਰਮੈਂਟ ਪੂਰੀ ਕਰਨੀ ਹੈ, ਤੇ ਸਰਕਾਰ ਦੀ ਇਹ ਜ਼ਿੰਮੇਵਾਰੀ, ਆਫਿਸਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਦੇਖੇ ਇੰਡੀਵਿਜੂਅਲ ਨੇ ਰਿਕੁਆਇਰਮੈਂਟ ਪੂਰੀ ਕਰਨੀ ਹੈ। ਸੋ ਇੱਕ ਐਡਵਰਸੇਰੀਅਲ ਪ੍ਰੋਸੈਸ ਹੈਗਾ, 2 ਟੀਮਾਂ ਹੈਗੀਆਂ ਨੇ। ਸੋ ਇਹ ਕੋਈ ਸਰਵਿਸ ਨਹੀਂ ਕਿ ਇੰਨੇ ਦਿਨ ਆਖਤੇ ਤੇ ਇੰਨੇ ਦਿਨਾਂ 'ਚ ਹੋ ਜਾਊਗਾ, ਇਹ ਤਾਂ ਪੋਸੀਬਿਲਿਟੀ ਨਹੀਂ ਹੈਗੀ ਹੈ ਜੀ। ਹਾਂ, ਪਰ ਸਮੇਂ ਸਿਰ ਜੇ ਤੁਹਾਡਾ
ਵਕਤ ਆਮ ਕੇਸ ਨੂੰ ਜ਼ਿਆਦਾ ਲੱਗ ਰਿਹਾ ਹੈ ਤਾਂ ਤੁਸੀਂ ਆਪਣੇ ਕਾਨੂੰਨੀ ਹੱਕ ਦੀ ਵਰਤੋਂ ਜ਼ਰੂਰ ਕਰ ਸਕਦੇ ਹੋ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਰ ਪ੍ਰੋਗਰਾਮ ਚੁਣਨ ਲਈ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ। ਧੰਨਵਾਦ ਜੀ। ਸੋ ਦੋਸਤੋ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਰੋਜ਼ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਨਵੀਆਂ ਅਪਡੇਸ਼ਨਸ ਆ ਰਹੀਆਂ ਨੇ। ਜਿੰਨੀ ਦੇਰ ਤੱਕ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ, ਆਪਣੇ ਆਪ ਆਪਣਾ ਫਾਈਲ ਜਿਹੜੀ ਆ ਉਹ ਨਾ ਤੁਸੀਂ ਲਗਾਓ, ਕਿਸੇ ਭਰੋਸੇਮੰਦ ਕੰਸਲਟੈਂਟ ਦੀ ਸਲਾਹ ਤੁਸੀਂ ਜ਼ਰੂਰ ਲਵੋ। ਮਿਸਟਰ ਖਹਿਰਾ ਨਾਲ ਗੱਲ ਕਰਨਾ ਚਾਹੁੰਦੇ ਹੋ, CWC ਦੇ ਨੰਬਰਸ ਅਸੀਂ ਤੁਹਾਨੂੰ ਨੀਚੇ ਪ੍ਰੋਵਾਈਡ ਕਰਵਾ ਦਿੱਤੇ ਨੇ ਵੱਖ-ਵੱਖ ਆਫਿਸਿਸ ਤੇ, ਇੱਥੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।